ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਪਾਂ ਸਾਰੇ ਜਾਣਦੇ ਹਾਂ ਇਹਨਾਂ ਦਿਨਾਂ 'ਚ ਦੁਨੀਆ ਕਿਸ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਬਹੁਤ ਵੱਡੇ ਯੁੱਧ ਦੇ ਨਾਲ ਜੂਝ ਰਹੀ ਹੈ, ਲੜ ਰਹੀ ਹੈ। ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਮੀਡੀਆ ਵੀ ਇਹਨਾਂ ਮੁਸ਼ਕਲਾਂ ਦੇ ਦੌਰ ਦੇ ਵਿੱਚ ਹੁੰਦੀ ਲੰਘ ਰਿਹਾ। ਆਪਾਂ ਪਿਛਲੇ ਦਿਨਾਂ 'ਚ ਆਮਣੋ ਸਾਹਮਣੇ ਪ੍ਰੋਗਰਾਮ 'ਚ ਵੱਖ-ਵੱਖ ਮਹਿਮਾਨਾਂ ਦੇ ਨਾਲ ਇਹਨਾਂ ਮੁੱਦਿਆਂ 'ਤੇ ਕੀਤੀ ਹੈ ਚਰਚਾ। ਅੱਜ ਆਪਾਂ ਨਜ਼ਰੀਆ ਦੇ ਪਲੇਟਫਾਰਮ 'ਤੇ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ। ਅਸੀਂ ਆਪਣੇ ਦਰਸ਼ਕਾਂ ਦੇ ਵੀ ਧੰਨਵਾਦੀ ਹਾਂ ਜਿਹੜੇ ਸੰਕਟ ਦੇ ਸਮੇਂ 'ਚ ਉਸੇ ਤਰੀਕੇ ਨਾਲ ਸਾਡੇ ਚੈਨਲ ਦੇ ਪ੍ਰੋਗਰਾਮਾਂ ਨੂੰ ਦੇ ਰਹੇ ਹੁੰਗਾਰਾ। ਅੱਜ ਸਾਡੇ ਪ੍ਰੋਗਰਾਮ ਜਿਹੜੇ ਖਾਸ ਮਹਿਮਾਨ ਜੁੜੇ ਨੇ, ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੱਲੋਂ ਰਿੰਪਲ ਮੁੰਡਾ ਸਪੋਕਸਮੈਨ। ਦੋਨਾਂ ਹੀ ਮਹਿਮਾਨਾਂ ਨੂੰ ਮੈਂ ਇਹਨਾਂ ਮੁੱਦਿਆਂ ਦੇ ਉੱਤੇ ਆਉਣ ਲਈ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਸੁਭਾਸ਼ ਸ਼ਰਮਾ ਜੀ, ਪਹਿਲਾ ਸਵਾਲ ਮੈਂ ਤੁਹਾਡੇ ਕੋਲੋਂ ਲੈ ਰਿਹਾ। ਪਿਛਲੇ ਦਿਨਾਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਜਾਖੜ ਨੇ ਸਾਡੇ ਨਾਲ ਖਾਸ ਮੁਲਾਕਾਤ 'ਚ ਇਹ ਗੱਲ ਕਹੀ ਸੀ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਵੱਲੋਂ ਜਿਹੜੀ ਕੇਂਦਰ ਤੋਂ ਮਦਦ ਮੰਗੀ ਜਾ ਰਹੀ ਹੈ, ਕੇਂਦਰ ਉਹ ਮਦਦ ਨਹੀਂ ਦੇ ਰਿਹਾ, ਪਿੱਛੇ ਹਟ ਰਿਹਾ। ਕਿੰਨੀ ਕੁ ਸੱਚਾਈ ਹੈ ਸ਼ਰਮਾ ਜੀ? ਇਸ ਮੁੱਦੇ 'ਤੇ ਮੈਂ ਤੁਹਾਡਾ ਜਵਾਬ ਲੈਣਾ ਚਾਹਾਂਗਾ। ਨਮਸਕਾਰ ਸਿੱਧੂ ਸਾਹਿਬ, ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਦਰਸ਼ਕਾਂ ਨੂੰ ਉਹਨਾਂ ਦੀ ਸਿਹਤਯਾਬੀ ਦੀ ਸ਼ੁਭਕਾਮਨਾਵਾਂ ਵੀ ਦਿੰਦਾ ਕਿ ਉਹ ਇਸ ਮਹਾਮਾਰੀ ਦੇ ਸੰਕਟ 'ਚ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਣ। ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਭੂਮਿਕਾ ਦੇ ਨਾਤੇ ਗੱਲ ਕਹਿਣੀ ਚਾਹੁੰਦਾ। ਮਿਹਰਬਾਨੀ। ਕਿ ਇਸ ਵੇਲੇ ਦੇਸ਼ ਇੱਕ ਬਹੁਤ ਬੜੀ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਸ਼ਤਾਬਦੀ 'ਚ ਐਸਾ ਬੜਾ ਸੰਕਟ ਅਸੀਂ ਨਹੀਂ ਦੇਖਿਆ। ਇਸ ਕਰਕੇ ਜਦੋਂ ਇਸ ਪ੍ਰਕਾਰ ਦੇ ਸੰਕਟ ਆਉਂਦੇ ਨੇ ਤੇ ਕਿਸੇ ਵੀ ਸਮਾਜ ਨੂੰ, ਕਿਸੇ ਵੀ ਦੇਸ਼ ਨੂੰ ਆਪਣੇ ਸਭ ਮਤਭੇਦ ਭੁਲਾ ਕੇ ਇਕਜੁੱਟ ਹੋ ਕੇ ਇਹਨਾਂ ਸੰਕਟਾਂ ਦਾ ਸਾਹਮਣਾ ਕਰਨਾ ਹੁੰਦਾ ਹੈ। ਔਰ ਬੜੀ ਅੱਛੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਸ ਵੇਲੇ ਜੀ ਬਹੁਤ ਅੱਛੇ ਤਰੀਕੇ ਨਾਲ ਇਸ ਸੰਕਟ ਦਾ ਮੁਕਾਬਲਾ ਕਰਨ ਲਈ ਦੇਸ਼ ਦੀ ਲੜਾਈ ਲੜ ਰਹੇ ਨੇ। ਔਰ ਅਗਰ ਤੁਸੀਂ ਪੂਰੀ ਦੁਨੀਆ 'ਚ ਦੇਖੋ ਤੇ ਜਿੱਥੇ ਵੱਡੇ ਵੱਡੇ ਵਿਕਸਿਤ ਦੇਸ਼ ਆਪਣੇ ਆਪ ਨੂੰ ਕਹਾਉਣ ਵਾਲੇ ਪਸਤ ਹੋਏ ਪਏ ਨੇ ਜਾਂ ਬਾਕੀ ਯੂਰੋਪੀਅਨ ਕੰਟਰੀ ਨੇ, ਉਹਨਾਂ ਦੇ ਮੁਕਾਬਲੇ ਹਿੰਦੁਸਤਾਨ ਉਹਨਾਂ ਤੋਂ ਜ਼ਿਆਦਾ ਬੜੀ ਆਬਾਦੀ ਦਾ ਦੇਸ਼ ਹੋਣ ਦੇ ਬਾਵਜੂਦ, ਵਿਕਾਸਸ਼ੀਲ ਦੇਸ਼ ਬਾਵਜੂਦ ਇਸ ਮਹਾਮਾਰੀ ਨਾਲ ਜ਼ਿਆਦਾ ਅੱਛੇ ਤਰੀਕੇ ਨਾਲ ਨਿਪਟ ਰਿਹਾ ਹੈ, ਜ਼ਿਆਦਾ ਅੱਛੇ ਤਰੀਕੇ ਨਾਲ ਇਹਦਾ ਮੁਕਾਬਲਾ ਕਰ ਰਿਹਾ ਹੈ। ਮੈਂ ਸਮਝਦਾ ਕਿ ਇਹਦਾ ਸ਼੍ਰੇਅ ਸਭ ਨੂੰ ਜਾਂਦਾ ਹੈ, ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਜਾਂਦਾ ਹੈ, ਸਾਡੇ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਜਾਂਦਾ ਹੈ, ਔਰ ਸਭ ਤੋਂ ਜ਼ਿਆਦਾ ਦੇਸ਼ ਦੀ ਜਨਤਾ ਨੂੰ ਜਾਂਦਾ ਹੈ ਜਿਹੜੀ ਇੱਕ ਇਸ ਲੜਾਈ ਨੂੰ ਲੜ ਰਹੀ ਹੈ। ਸਿੱਧੂ ਸਾਹਿਬ, ਮੈਂ ਤੁਹਾਨੂੰ ਧਿਆਨ ਦਿਲਾਉਣਾ ਚਾਹੁੰਦਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਲਗਾਤਾਰ ਸਭ ਦੇ ਨਾਲ ਵਿਚਾਰ ਵਿਮਰਸ਼ ਕਰਕੇ ਇਸ ਲੜਾਈ ਨੂੰ ਅੱਗੇ ਵਧਾ ਰਹੇ ਨੇ। ਅੱਜ ਵੀ ਜਦੋਂ ਸਾਡੀ ਇਹ ਗੱਲਬਾਤ ਚੱਲ ਰਹੀ ਹੈ, ਪ੍ਰਧਾਨ ਮੰਤਰੀ ਜੀ ਦੇਸ਼ ਦੇ ਸਭ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਵਿਚਾਰ ਵਿਮਰਸ਼ ਕਰ ਰਹੇ ਨੇ ਕਿ ਜਿਹੜਾ ਇਹ ਲੋਕਡਾਊਨ ਹੈ ਵਧਾਉਣਾ ਚਾਹੀਦਾ ਹੈ, ਨਹੀਂ ਵਧਾਉਣਾ ਚਾਹੀਦਾ, ਅੱਗੇ ਕਿਸ ਪ੍ਰਕਾਰ ਇਸ ਲੜਾਈ ਨੂੰ ਲੈ ਕੇ ਜਾਇਆ ਜਾਏ। ਬਿਲਕੁਲ ਠੀਕ। ਔਰ ਇੱਕ ਬਹੁਤ ਅੱਛੀ ਗੱਲ ਹੈ। ਔਰ ਜਦੋਂ ਪੰਜਾਬ ਦੇ ਅੰਦਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਐਲਾਨ ਕੀਤਾ, ਕਰਫਿਊ ਦਾ ਐਲਾਨ ਅਮਰਿੰਦਰ ਸਿੰਘ ਜੀ ਨੇ ਕੀਤਾ, ਤੇ ਸਭ ਤੋਂ ਪਹਿਲਾਂ ਸਾਡੀ ਪਾਰਟੀ ਨੇ, ਭਾਰਤੀ ਜਨਤਾ ਪਾਰਟੀ ਨੇ, ਸਾਡੇ ਪ੍ਰਦੇਸ਼ ਅਧਿਕਸ਼ ਜੀ ਨੇ ਤੁਰੰਤ ਬਿਆਨ ਜਾਰੀ ਕਰਕੇ ਕੈਪਟਨ ਸਾਹਿਬ ਦਾ ਸਮਰਥਨ ਕੀਤਾ। ਅਸੀਂ ਉਸੇ ਦਿਨ ਇੱਕ ਚਿੱਠੀ ਕੈਪਟਨ ਸਾਹਿਬ ਨੂੰ ਲਿਖੀ ਕਿ ਬਈ ਇਸ ਸੰਕਟ ਦੀ ਘੜੀ 'ਚ ਭਾਰਤੀ ਜਨਤਾ ਪਾਰਟੀ ਪੂਰੀ ਮੋਢੇ ਨਾਲ ਮੋਢਾ ਜੋੜ ਕੇ ਕੈਪਟਨ ਸਾਹਿਬ ਦੇ ਨਾਲ ਖੜੀ ਹੈ, ਕਿਉਂਕਿ ਜਿਵੇਂ ਦੇਸ਼ 'ਚ ਮੋਦੀ ਜੀ ਦੇ ਨੇਤਰਤਵ 'ਚ ਲੜਾਈ ਹੋਣੀ ਹੈ, ਉਸੇ ਤਰ੍ਹਾਂ ਪੰਜਾਬ 'ਚ ਅਸੀਂ ਸਭ ਕੈਪਟਨ ਸਾਹਿਬ 'ਚ ਇਸ ਲੜਾਈ ਨੂੰ ਲੜਾਂਗੇ ਤਾਂ ਕਿ ਪੰਜਾਬ 'ਚ ਵੀ ਇਸ ਕਰੋਨਾ ਮਹਾਮਾਰੀ ਨੂੰ ਹਰਾ ਸਕੀਏ ਔਰ ਪੰਜਾਬ ਦੀ ਜਨਤਾ ਤੋਂ ਸੁਰੱਖਿਅਤ ਕਰ ਸਕੀਏ। ਇਸ ਕਰਕੇ ਮੈਂ ਹੁਣ ਤੁਹਾਡੇ ਗੱਲ ਧਿਆਨ ਲੱਗਾ, ਜਦੋਂ ਪੂਰੇ ਦੇਸ਼ 'ਚ ਇਸ ਪ੍ਰਕਾਰ ਦਾ ਇੱਕ ਕੰਸੈਂਸਸ ਦਾ ਵਾਤਾਵਰਣ ਹੁੰਦਾ ਹੈ, ਇਸ ਮੌਕੇ ਤੇ ਮੈਨੂੰ ਬੜਾ ਦੁੱਖ ਹੁੰਦਾ ਹੈ ਕਈ ਵਾਰ ਜਦੋਂ ਬੜੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਇਹਨੂੰ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਆ। ਪਰ ਪਿਛਲੇ ਕੁਝ ਦਿਨਾਂ ਤੋਂ ਅਨਫਾਰਚੂਨੇਟਲੀ ਐਸੇ ਕੁਝ ਬਿਆਨ ਆਏ ਹੈ। ਮੈਂ ਜ਼ਰੂਰ ਸੱਚਾਈ ਤੁਹਾਡੇ ਮਾਧਿਅਮ ਨਾਲ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਦੇਖੋ, 23 ਤਰੀਕ ਨੂੰ ਪੰਜਾਬ ਸਿੱਧੂ ਸਾਹਿਬ 23 ਤਰੀਕ ਨੂੰ ਲੋਕਡਾਊਨ ਹੁੰਦਾ ਹੈ ਦੇਸ਼ 'ਚ, ਔਰ 25 ਮਾਰਚ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 40 ਕਰੋੜ 82 ਲੱਖ ਦੀ ਪਹਿਲੀ ਕਿਸ਼ਤ ਕੇਂਦਰ ਸਰਕਾਰ ਜਾਰੀ ਕਰਦੀ ਹੈ। 6 ਅਪ੍ਰੈਲ ਨੂੰ 71 ਕਰੋੜ 87 ਲੱਖ ਦੀ ਦੂਜੀ ਕਿਸ਼ਤ ਜਾਰੀ ਕਰਦੀ ਹੈ ਨੈਸ਼ਨਲ ਹੈਲਥ ਮਿਸ਼ਨ 'ਚ, ਤਾਂ ਕਿ ਸਿਹਤ ਸੇਵਾਵਾਂ ਪੰਜਾਬ 'ਚ ਸੁਦ੍ਰਿੜ ਕੀਤੀਆਂ ਜਾ ਸਕਣ। ਜੋ ਵੀ ਜ਼ਰੂਰਤਾਂ ਹੈ, ਚਾਹੇ ਉਹ PPE ਕਿਟਸ ਨੇ, ਚਾਹੇ ਉਹ ਵੈਂਟੀਲੇਟਰ ਨੇ, ਚਾਹੇ ਉਹ ਬਾਕੀ ਆਈਸੋਲੇਸ਼ਨ ਸੈਂਟਰ ਬਣਾਉਣੇ ਆ ਇਹਦੇ ਲਈ। ਇਸ ਤੋਂ ਇਲਾਵਾ ਸਟੇਟ ਡਿਜ਼ਾਸਟਰ ਰਿਲੀਫ ਨੂੰ ਵੀ ਦਿੱਤੀ ਜਾਂਦੀ ਹੈ ਕਿ ਉਹ ਇਸ ਖਰਚ ਕੀਤਾ ਜਾ ਸਕਦਾ ਹੈ। ਔਰ ਪਹਿਲੀ ਇੰਸਟਾਲਮੈਂਟ ਜਿਹੜਾ ਕੇਂਦਰ ਦਾ ਸ਼ੇਅਰ ਸੀਗਾ 2020-21 ਦਾ 247 ਕਰੋੜ 50 ਲੱਖ ਰੁਪਏ ਦੀ ਸਰਕਾਰ ਨੇ ਪੰਜਾਬ ਨੂੰ ਜਾਰੀ ਕਰ ਦਿੱਤੀ।
ਇਸ ਤੋਂ ਇਲਾਵਾ N95 ਮਾਸਕ 33615 ਮਾਸਕ ਪੰਜਾਬ ਨੂੰ ਭੇਜੇ, 4500 PPE ਕਿਟਸ ਭੇਜੀਆਂ। ਔਰ ਜਿਨ੍ਹਾਂ ਟੇਬਲੇਟਸ ਲਈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਹਿੰਦੁਸਤਾਨ ਨੂੰ ਮਿੰਨਤਾਂ ਕਰਦੇ ਰਹੇ, 10,70,000 ਹਾਈਡਰੋਕਸੀਕਲੋਰੋਕੁਈਨ ਦੀਆਂ ਟੇਬਲੇਟਸ ਪੰਜਾਬ ਨੂੰ ਭੇਜੀਆਂ ਗਈਆਂ। ਇਹ ਸਾਰੀਆਂ ਚੀਜ਼ਾਂ ਸਿਰਫ ਤਾਂ ਕਿ ਪੰਜਾਬ ਦਾ ਸਿਹਤ ਢਾਂਚਾ ਠੀਕ ਰਵੇ, ਪੰਜਾਬ ਦੇ ਸਿਹਤ ਢਾਂਚੇ ਨੂੰ ਸੁਦ੍ਰਿੜ ਕੀਤਾ ਜਾਵੇ, ਉਹਦੇ ਲਈ ਆਇਆ। ਉਹਦੇ ਬਾਅਦ ਮੈਂ ਦੂਜਾ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਚਾਹੁੰਦਾ, ਪਿਛਲੇ ਕੁਝ ਦਿਨਾਂ 'ਚ ਲਗਾਤਾਰ ਇਹ ਗੱਲ ਆ ਰਹੀ ਹੈ ਕਿ ਵੀ ਪੰਜਾਬ ਨੂੰ GST ਦਾ ਏਰੀਅਰ ਨਹੀਂ ਮਿਲਿਆ। शर्मा साहब मैं सवाल मैं माफ़ी चाहांगा शर्मा जी, मैं विचों टोक के सवाल लेना चाहना है। जी बोलो सिद्धू साहब। शर्मा जी बिल्कुल तुसीं कह रहे हो कि केंद्र जिहड़ा मदद कर रहा, सारी गल सही है, पर जिहड़ी इस वेले स्थिति बनी है, कैप्टन अमरिंदर सीधे तौर पर कह रहा है कि बहुत वड्डे असीं संकट का शिकार हाँ, सानू इस वेले विशेष पैकेज की लोड़ है। उस मुद्दे ते तुसीं की कहोगे? बाकी गल बिल्कुल तुसीं सही कह रहे हो कि ਵੱਖ-ਵੱਖ स्कीमां 'च मदद कर रहे हो। जी शर्मा जी। नहीं, मैं ਤੁਹਾਡੀ ਪਹਿਲਾਂ ਆਪਣੀ ਗੱਲ ਪੂਰੀ ਕਰ ਲਵਾਂ, ਫਿਰ ਮੈਂ ਪੈਕੇਜ ਵਾਲੀ ਗੱਲ ਦਾ ਵੀ ਜਵਾਬ ਦਿਆਂਗਾ। ਹਾਲੇ ਉਹ ਮੇਰੀ ਗੱਲ ਪੂਰੀ ਨਹੀਂ ਹੋਈ ਜੀ। ਕੈਪਟਨ ਸਾਹਿਬ ਲਗਾਤਾਰ ਕਹਿ ਰਹੇ ਜੀ ਸਾਨੂੰ GST ਦਾ ਏਰੀਅਰ ਨਹੀਂ ਮਿਲਿਆ। ਮੈਂ ਉਹਨਾਂ ਨੂੰ ਯਾਦ ਦਿਲਾਣਾ ਚਾਹੁੰਦਾ ਹੈ ਕਿ ਪੰਜਾਬ ਦੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੇ 12 ਅਪ੍ਰੈਲ ਨੂੰ ਚਿੱਠੀ ਲਿਖੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨੂੰ। ਇਸ 12 ਅਪ੍ਰੈਲ ਨੂੰ ਜੀ ਧੰਨਵਾਦ ਕੀਤਾ ਹੈ ਕੇਂਦਰੀ ਵਿੱਤ ਮੰਤਰੀ ਜੀ ਦਾ ਕਿ ਪੰਜਾਬ ਦਾ 1237 ਕਰੋੜ ਰੁਪਏ ਦਾ ਜਿਹੜਾ GST ਦਾ ਬਕਾਇਆ ਸੀ ਉਹ ਕੇਂਦਰ ਨੇ ਦੇ ਦਿੱਤਾ। ਔਰ ਮਨਪ੍ਰੀਤ ਜੀ ਨੇ ਮੈਂਸ਼ਨ ਕੀਤਾ ਕਿ ਤੁਹਾਡੀ ਇਸ ਜਿਹੜਾ ਤੁਸੀਂ ਬਕਾਇਆ ਦਿੱਤਾ ਹੈ, ਸਾਨੂੰ ਕਰੋਨਾ ਨਾਲ ਲੜਾਈ ਲੜਨ 'ਚ ਦੀ ਬੜੀ ਮਦਦ ਮਿਲੇਗੀ। ਹੁਣ ਤੱਕ ਕੇਂਦਰ ਪਹਿਲਾਂ ਹੀ 12,857 ਕਰੋੜ ਦੇ ਚੁੱਕਾ ਸੀ। ਇਸ 1237 ਕਰੋੜ ਦੇਣ ਨਾਲ 14,094 ਕਰੋੜ ਰੁਪਏ ਦੀ GST ਦਾ ਪੰਜਾਬ ਨੂੰ ਮਿਲ ਚੁੱਕਿਆ ਹੈ। ਇਹਦੇ ਨਾਲ ਤੁਹਾਡੇ ਧਿਆਨ 'ਚ ਹੋਏਗਾ ਕਿ 15ਵੇਂ ਫਾਈਨਾਂਸ ਕਮਿਸ਼ਨ ਦੇ ਤਹਿਤ ਰੈਵਨਿਊ ਡੈਫਿਸਿਟ ਗ੍ਰਾਂਟ ਮਿਲਣੀ ਹੁੰਦੀ ਹੈ। ਸੋ 2021 ਦਾ ਪਹਿਲਾ ਸ਼ੇਅਰ 638 ਕਰੋੜ ਰੁਪਇਆ ਪੰਜਾਬ ਨੂੰ ਜਾਰੀ ਕਰ ਦਿੱਤਾ ਹੈ ਕੇਂਦਰ ਨੇ। ਸੋ ਇਹ ਤੇ ਉਹ ਚੀਜ਼ਾਂ ਸੀ ਜਿਹੜੀਆਂ ਸਰਕਾਰ ਨੂੰ ਸਰਕਾਰ ਨੇ ਦਿੱਤੀਆਂ, ਲੇਕਿਨ ਪੰਜਾਬ ਦੀ ਜਨਤਾ ਨੂੰ ਸਿੱਧਾ ਕਿੰਨਾ ਕੁਝ ਆਇਆ ਕੇਂਦਰ ਸਰਕਾਰ ਵੱਲੋਂ, ਮੈਂ ਜਰਾ ਉਹਦਾ ਬਿਊਰਾ ਵੀ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਨੂੰ ਜ਼ਰੂਰ ਦੇਣਾ ਚਾਹੁੰਦਾ ਹਾਂ। ਸਿੱਧੂ ਸਾਹਿਬ, ਉਜਵਲਾ ਸਕੀਮ ਦੇ ਤਹਿਤ ਪੰਜਾਬ ਦੀਆਂ 3,21,000 ਮਹਿਲਾਵਾਂ ਨੂੰ शर्मा साहब फ्री सिलेंडर। शर्मा साहब मेहरबानी मेरा सवाल जरूर सुन लिओ। ਇਹ ਠੀਕ ਹੈ ਕਿ ਜਿਹੜੀਆਂ ਸਕੀਮਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਆਪਾਂ ਬਰੀਫ ਦੇ ਵਿੱਚ ਇਸ ਮੁੱਦੇ ਤੇ ਆਪਾਂ ਚਰਚਾ ਕਰ ਲਈਏ। ਬਿਲਕੁਲ ਠੀਕ ਹੈ ਕਿ ਕੇਂਦਰ ਵੱਲੋਂ ਇਸ ਤਰ੍ਹਾਂ ਦੀਆਂ ਸਕੀਮਾਂ ਹੈਗੀਆਂ ਜਿਹੜੀਆਂ ਲਗਾਤਾਰ ਸਟੇਟਸ ਨੂੰ ਆਉਂਦੀਆਂ ਰਹੀਆਂ, ਤੁਸੀਂ ਸਹੀ ਫਰਮਾ ਰਹੇ ਹੋ। ਪਰ ਮੈਂ ਉਸ ਮੁੱਦੇ ਉੱਤੇ ਆਉਣਾ ਚਾਹੁੰਦਾ ਜਿਹੜੇ ਮੁੱਦੇ 'ਤੇ ਆਪਾਂ ਚਰਚਾ ਕਰ ਰਹੇ ਹਾਂ ਕਿ ਜਦੋਂ ਕਹਿ ਰਹੇ ਕਿ ਸਪੈਸ਼ਲ ਪੈਕੇਜ ਜਿਹੜਾ ਹੈਗਾ, ਔਰ ਤੁਸੀਂ ਵਿੱਤ ਮੰਤਰੀ ਦੀ ਗੱਲ ਕਰਦੇ ਹੋ ਸ਼ਰਮਾ ਜੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਕਹਿ ਰਿਹਾ ਹੈ ਕਿ 71 ਕਰੋੜ ਰੁਪਏ ਤੋਂ ਇਲਾਵਾ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਕੋਈ ਫਾਈਨੈਂਸ਼ੀਅਲ ਜਿਹੜੀ ਹੈਗੀ ਅਸਿਸਟੈਂਸ ਨਹੀਂ ਆਈ। 4400 ਕਰੋੜ ਰੁਪਇਆ ਸਾਡਾ GST ਦਾ ਬਕਾਇਆ ਪਿਆ। ਇਸ ਮੁੱਦੇ ਤੇ ਸਕੀਮਾਂ ਵਾਲੀ ਬਿਲਕੁਲ ਠੀਕ ਹੈ, ਉਹ ਰੈਗੂਲਰ ਸਕੀਮਾਂ ਆਈਆਂ, ਕੋਈ ਨਵੀਆਂ ਸਕੀਮਾਂ ਵੀ ਹੋਣਗੀਆਂ, ਪਰ ਇਹ ਮੁੱਦਾ ਜਿਹੜਾ ਭਖਵਾਂ ਚਰਚਾ ਦਾ ਕਾਰਨ ਬਣਿਆ। ਨਹੀਂ ਸਿੱਧੂ ਸਾਹਿਬ, ਤੁਸੀਂ ਪੱਤਰਕਾਰ ਹੋ, ਮੇਰੇ ਤੁਹਾਨੂੰ ਨਿਵੇਦਨ ਹੈ ਕਿ 12 ਅਪ੍ਰੈਲ ਦੀ 12 ਅਪ੍ਰੈਲ ਕੋਈ ਜ਼ਿਆਦਾ ਪੁਰਾਣੀ ਤਾਂ ਗੱਲ ਹੋਈ ਨਹੀਂ, 15 ਦਿਨ ਪੁਰਾਣੀ ਗੱਲ ਹੈ। ਤੁਸੀਂ ਮਨਪ੍ਰੀਤ ਬਾਦਲ ਜੀ ਦੀ ਚਿੱਠੀ ਕੱਢ ਕੇ ਦੇਖ ਲਓ, ਉਹਨਾਂ ਨੇ ਚਿੱਠੀ ਲਿਖੀ ਹੈ, ਮੈਂ ਤਾਂ ਲਿਖੀ ਨਹੀਂ ਜੀ। ਉਹਨਾਂ ਨੇ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਤੁਹਾਡਾ ਧੰਨਵਾਦ, ਤੁਸੀਂ ਸਾਡਾ GST ਦਾ ਬਕਾਇਆ ਮੋੜਤਾ ਔਰ ਕਿੰਨਾ 1237 ਕਰੋੜ ਤੁਸੀਂ ਸਾਨੂੰ ਜਾਰੀ ਕਰਤਾ। ਜੇ ਉਹ ਚਿੱਠੀ ਲਿਖ ਰਹੇ ਨੇ ਤਾਂ ਮਤਲਬ ਆਇਆ ਤੇ ਤਾਂ ਹੀ ਚਿੱਠੀ ਲਿਖ ਕੇ ਧੰਨਵਾਦ ਕਰ ਰਹੇ ਨੇ। ਤੁਸੀਂ ਉਹਦੀ ਆਪ ਜਾਂਚ ਪੜਤਾਲ ਕਰ ਸਕਦੇ ਹੋ ਇੱਕ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ। ਜਿਹੜੀ ਸਪੈਸ਼ਲ ਪੈਕੇਜ ਦੀ ਗੱਲ ਤਾਂ ਮੈਂ ਉਸੇ ਲਈ ਆ ਰਿਹਾ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਇਹ ਸਾਰੇ ਜਿਹੜੇ ਸਪੈਸ਼ਲ ਦੇ ਤਹਿਤ ਹੀ ਆ ਰਹੇ ਨੇ, ਜਿਹੜੇ ਇਹ ਨੈਸ਼ਨਲ ਸੋਸ਼ਲ ਅਸਿਸਟੈਂਸ ਦੇ ਤਹਿਤ, ਬਿਲਡਿੰਗ ਕੰਸਟਰਕਸ਼ਨ ਫੰਡ ਬੈਨੀਫਿਸ਼ਰੀਜ਼ ਦੇ ਤਹਿਤ ਇਹ ਪੈਸਾ ਕਰੋਨਾ ਦੇ ਸੰਕਟ ਨੂੰ ਦੇਖ ਕੇ ਆ ਰਿਹਾ ਹੈ। ਪੰਜਾਬ ਦੀਆਂ 33 ਲੱਖ ਮਹਿਲਾਵਾਂ ਦੇ ਅਕਾਊਂਟ 'ਚ 500 ਰੁਪਇਆ ਹਰੇਕ ਮਹਿਲਾ ਦੇ ਅਕਾਊਂਟ 'ਚ ਆਇਆ। 165 ਕਰੋੜ ਰੁਪਇਆ ਪੰਜਾਬ ਦੀਆਂ ਮਹਿਲਾਵਾਂ ਦੇ ਇਸੇ ਮਹੀਨੇ ਅਕਾਊਂਟ 'ਚ ਆਇਆ। ਪੰਜਾਬ ਦੇ 18,25,000 ਕਿਸਾਨਾਂ ਦੇ ਅਕਾਊਂਟ 'ਚ ਇਸ ਮਹੀਨੇ 2,000 ਰੁਪਇਆ ਹਰ ਕਿਸਾਨ ਦੇ ਅਕਾਊਂਟ 'ਚ 364 ਕਰੋੜ ਰੁਪਇਆ ਆ ਚੁੱਕਿਆ ਹੈ। ਇਹ ਸਾਰਾ ਕੁਝ ਜਿਹੜਾ ਸਰਕਾਰ ਕਰ ਰਹੀ ਹੈ ਇਸੇ ਕਰਕੇ ਕਰ ਰਹੀ ਹੈ ਕਿ ਇਹ ਸੰਕਟ ਬਹੁਤ ਵੱਡਾ ਹੈ ਤੇ ਜੋ ਲੋਕਾਂ ਦੀ ਅਸੀਂ ਮਦਦ ਕਰ ਸਕਦੇ ਹਾਂ ਉਹ ਮਦਦ ਸਾਨੂੰ ਕਰਨੀ ਚਾਹੀਦੀ ਹੈ। ਦੇਖੋ, ਇਹ ਸੰਕਟ ਕੋਈ ਸਿਰਫ ਪੰਜਾਬ ਤੇ ਆਇਆ ਨਹੀਂ ਹੈ, ਇਹ ਤਾਂ ਪੂਰੇ ਹਿੰਦੁਸਤਾਨ ਦਾ ਔਰ ਪੂਰੀ ਦੁਨੀਆ ਦਾ ਸੰਕਟ ਹੈ। ਇਸ ਲਈ ਪੂਰੀ ਦੁਨੀਆ ਦੇ ਸੰਕਟ ਨੂੰ ਨਿਪਟਣ ਲਈ ਕੇਂਦਰ ਸਰਕਾਰ ਜੋ ਪ੍ਰਯਾਸ ਕਰ ਸਕਦੀ ਹੈ, 1,70,000 ਕਰੋੜ ਰੁਪਏ ਦਾ ਪੈਕੇਜ ਕੇਂਦਰ ਸਰਕਾਰ ਨੇ ਹਿੰਦੁਸਤਾਨ ਦੇ ਲੋਕਾਂ ਲਈ ਦਿੱਤਾ, ਚਾਹੇ ਉਹ ਉਦਯੋਗਾਂ ਲਈ ਦਿੱਤਾ, ਚਾਹੇ ਉਹ ਪ੍ਰਧਾਨ ਮੰਤਰੀ ਗਰੀਬ ਰਾਸ਼ਨ ਦਿੱਤੇ ਹੋਏ ਸਾਰੇ ਬੈਨੀਫਿਸ਼ਰੀ ਸਕੀਮਾਂ 'ਚ ਲੋਕਾਂ ਨੂੰ ਦਿੱਤਾ। ਉਹ ਪੈਕੇਜ ਦਾ ਲਾਭ ਜੋ ਹਿੰਦੁਸਤਾਨ ਦੇ ਸਭ ਲੋਕਾਂ ਨੂੰ ਮਿਲਣਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਮਿਲਣਾ ਹੈ, ਪੰਜਾਬ ਦੀ ਜਨਤਾ ਨੂੰ ਵੀ ਮਿਲਣਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਸੰਕਟ ਦੀ ਘੜੀ 'ਚ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਔਰ ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਕਿ ਜਿੱਥੇ ਸੈਂਟਰ ਗਵਰਨਮੈਂਟ ਹੈ ਉੱਥੇ ਸਟੇਟ 'ਚ ਵੀ ਇੱਕ ਸਰਕਾਰ ਚੱਲਦੀ ਹੈ। ਟੈਕਸ ਦਾ ਪੈਸਾ
ਟੈਕਸ ਦਾ ਪੈਸਾ ਜਿੱਥੇ ਕੇਂਦਰ ਕੋ ਜਾਂਦਾ ਹੈ ਉੱਥੇ ਸਟੇਟ ਕੋਲ ਵੀ ਆਉਂਦਾ ਹੈ। ਤੋ ਸਟੇਟ ਸਰਕਾਰ ਨੂੰ ਵੀ ਆਪਣੇ ਵੱਲੋਂ, ਮੈਂ ਤੁਹਾਨੂੰ ਕੇਂਦਰ ਦੀਆਂ ਕਿੰਨੀਆਂ ਯੋਜਨਾਵਾਂ ਗਿਣਾਈਆਂ ਜਿਹਦਾ ਸਿੱਧਾ ਪੈਸਾ ਬੈਨੀਫੀਸ਼ੀਅਰਾਂ ਦੇ ਅਕਾਊਂਟ 'ਚ ਆ ਚੁੱਕਾ ਹੈ। ਪੰਜਾਬ ਦੇ 1 ਕਰੋੜ 41 ਲੱਖ ਲੋਕਾਂ Okay. ਲਈ 5 ਕਿਲੋ ਗੇਹੂੰ, ਸ਼ਰਮਾ ਜੀ, 1 ਮੈਂ ਕਿਲੋ ਵਾਪਸ- ਦਾਲ ਹਰ ਮਹੀਨੇ ਅਗਲੇ 3 ਮਹੀਨੇ ਲਈ ਇਹ ਕੇਂਦਰ ਨੇ ਜਾਰੀ ਕਰਤੀ ਹੈ। ਲੇਕਿਨ ਇਸ ਵੇਲੇ ਮੌਕਾ ਹੈ ਸਟੇਟ ਗਵਰਨਮੈਂਟ ਸ਼ਰਮਾ ਵੀ ਜੀ। ਆਪਣਾ ਖਜ਼ਾਨਾ ਖੋਲੇ ਨਾ, ਸਟੇਟ ਗਵਰਨਮੈਂਟ ਸ਼ਰਮਾ ਵੀ ਜੀ। ਆਪਣੇ ਖਜ਼ਾਨੇ ਚੋਂ ਕੁਝ ਹਿੱਸਾ ਪੰਜਾਬ ਦੇ ਲੋਕਾਂ ਲਈ ਦੇ। ਕੇਂਦਰ ਸਰਕਾਰ ਤੇ ਜੋ ਬਨ Okay, ਪਾ ਰਿਹਾ ਆਪਾਂ ਕਰ ਜਵਾਬ ਰਹੀ ਲੈਂਦੇ ਹੈ, ਹਾਂ। ਪੂਰੀ ਲੜਾਈ ਲੜ ਰਹੀ ਹੈ। ਸ਼ਰਮਾ ਜੀ, ਆਪਣੇ ਨਾਲ ਕਾਂਗਰਸ ਦੇ ਬੁਲਾਰੇ ਰਿੰਪਲ ਮਿੱਡਾ ਜੀ ਵੀ ਜੁੜੇ ਹੋਏ ਆ। ਮੈਂ ਵਾਪਸ ਆਵਾਂਗਾ ਇਸੇ ਮੁੱਦੇ ਤੇ ਤੁਹਾਡੇ ਵੱਲ, ਤੁਸੀਂ ਪਲੀਜ਼ ਸਾਡੇ ਨਾਲ ਜੁੜੇ ਰਹੋ। ਮੈਂ ਰਿੰਪਲ ਮਿੱਡਾ ਜੀ ਤੋਂ ਇਸੇ ਮੁੱਦੇ ਤੇ ਜਵਾਬ ਲੈਣਾ ਚਾਹੁੰਦਾ। ਰਿੰਪਲ ਮਿੱਡਾ ਜੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜਿਹੜੇ ਜਨਰਲ ਸਕੱਤਰ ਨੇ ਸ਼ਰਮਾ ਜੀ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਟੇਟ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਸਕੀਮਾਂ ਦਾ ਪੈਸਾ ਦੱਸਿਆ ਕਿ ਕਿਸ ਤਰੀਕੇ ਨਾਲ ਵੱਖ-ਵੱਖ ਸਕੀਮਾਂ ਦੇ ਅੰਦਰ ਪੰਜਾਬ ਨੂੰ ਦੂਜੇ ਸਾਰੇ ਜਿਹੜੇ ਸੂਬੇ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਵੱਡੇ ਸੰਕਟ ਦੇ ਵਿੱਚ ਕੇਂਦਰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹਨਾਂ ਨੇ ਜਿਹੜੇ ਪੰਜਾਬ ਵੱਲੋਂ ਦੋਸ਼ ਲਾਏ ਜਾ ਰਹੇ ਆ ਉਹਨਾਂ ਨੂੰ ਨਕਾਰਿਆ, ਇੱਕ ਤਰੀਕੇ ਨਾਲ ਰੱਦ ਕੀਤਾ। ਰਿੰਪਲ ਮਿੱਡਾ ਜੀ, ਕੀ ਜਵਾਬ ਦਿਓਗੇ ਇਸ ਮੁੱਦੇ ਤੇ? ਇਹ ਉਹ ਸੈਂਟਰਲ ਸਕੀਮਾਂ ਨੇ ਜਿਹੜੀਆਂ ਆਲਰੇਡੀ, ਚਾਹੇ ਕਰੋਨਾ ਜਿਹੜਾ ਕੋਵਿਡ-19 ਦੇ ਕਹਿਰ ਤੋਂ ਪਹਿਲਾਂ ਵੀ ਇਹ ਜਿਹੜੀਆਂ ਸਕੀਮਾਂ ਦੇ ਤਹਿਤ ਪੈਸਾ ਆਉਂਦਾ ਰਿਹਾ। ਪਰ ਤੁਸੀਂ ਇੱਕ ਚੀਜ਼ ਨੂੰ ਦੇਖੋ ਕਿ ਜਿੱਥੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਜਿੱਥੇ ਪਹਿਲਾਂ 800 ਕਰੋੜ ਦੇ ਕਰੀਬ ਪੈਸੇ ਆਉਂਦੇ ਨੇ, ਕੀਤਾ ਔਰ ਉਹ ਵੀ ਉਹਦੀ ਵੀ ਕਿਸ਼ਤ ਕਰ ਲਈ ਹੈ ਜਿਹੜੀ 247 ਕਰੋੜ ਰੁਪਇਆ ਉਹ ਡਿਜ਼ਾਸਟਰ ਫੰਡ ਜਿਹੜਾ ਬਹੁਤ ਜਿਹੜੀ ਜਦੋਂ ਵੀ ਇਸ ਤਰ੍ਹਾਂ ਦੀ ਆਫਤ ਆਉਂਦੀ ਉਸ ਲਈ ਰਿਜ਼ਰਵ ਹੁੰਦਾ ਹੈ, ਜਿਸ ਦਾ 75% ਜਿਹੜਾ ਉਹ ਸੈਂਟਰ ਪਾਉਂਦਾ ਹੈ ਔਰ 25 ਪੈਸੇ ਦਾ ਯੋਗਦਾਨ ਜਿਹੜਾ ਹੈ ਉਹ ਸੂਬੇ ਵੱਲੋਂ ਪਾਇਆ ਜਾਂਦਾ ਹੈ। ਇਹ ਉਹਨਾਂ ਵਿੱਚੋਂ ਆਏ ਪੈਸੇ ਨੇ ਜਿਨ੍ਹਾਂ ਨੂੰ ਇਹ ਕੋਰੋਨਾ ਦੇ ਲਈ ਕਹਿ ਰਹੇ ਨੇ ਕਿ ਕੋਰੋਨਾ ਦੇ ਲਈ ਅਸੀਂ ਐਡਾ ਕੋਈ ਵੱਡੀ ਰਾਹਤ ਦਿੱਤੀ, ਅਲੱਗ ਤੋਂ ਫੰਡ ਦਿੱਤਾ ਹੈ। ਜਿੱਥੇ ਨੈਸ਼ਨਲ ਹੈਲਥ ਮਿਸ਼ਨ ਗੱਲ ਹੈ ਉਸ ਦੇ ਵਿੱਚ 71 ਕਰੋੜ ਰੁਪਇਆ ਆਇਆ ਜਿਹੜਾ ਹਰ ਸਾਲ ਆਉਂਦਾ ਹੈ। ਔਰ ਇਸ ਦੇ ਵਿੱਚ ਵੀ ਤੁਸੀਂ ਦੇਖੋ ਕਿ ਜਿੱਥੇ ਸਾਡੇ ਸੂਬੇ ਦੇ ਜਿੰਨੇ ਜ਼ਿਲ੍ਹੇ ਨੇ ਉਹਨਾਂ ਦੇ ਹਿੱਸੇ 3-3 ਕਰੋੜ ਰੁਪਇਆ ਮਸਾਂ ਆਇਆ। ਇਹਨਾਂ ਸਕੀਮਾਂ ਨੂੰ ਜੇਕਰ ਆਪਾਂ ਇਹ ਕਹਿ ਦਈਏ ਕਿ ਕੋਵਿਡ-19 ਦੇ ਇਸ ਕੇਂਦਰ ਨੇ ਵਿਸ਼ੇਸ਼ ਤੌਰ ਤੇ ਸਾਡੀ ਮਦਦ ਕੀਤੀ ਹੈ, ਬਿਲਕੁਲ ਵੀ ਨਹੀਂ ਕੀਤੀ ਹੈ। ਔਰ ਜਿਹੜੇ GST ਜਿਹੜਾ ਏਰੀਅਰ ਹੈ ਸਾਡਾ 3 ਸਾਲਾਂ ਤੋਂ ਲਟਕਿਆ ਏਰੀਅਰ, ਉਹ 1100 ਤੇ 12 ਰੁਪਇਆ ਜਿਹੜਾ ਉਹ ਦਿੱਤਾ ਹੈ, ਉਹ ਵੀ ਸਾਡਾ 4400 ਕਰੋੜ ਰੁਪਇਆ ਏਰੀਅਰ ਹਜੇ ਬਕਾਇਆ ਔਰ ਉਸ ਦੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ। ਇੱਕ ਦਮੜੀ ਵੀ ਜਿਹੜੀ ਹੈ ਉਹ ਇਹਨਾਂ ਕੋਵਿਡ-19 ਦੇ ਵਜੋਂ ਇਹਨਾਂ ਨੇ ਇਸ ਦਾ ਜ਼ਰੂਰ ਜ਼ਿਕਰ ਕਰਨ। ਇਹ ਉਹਨਾਂ ਸਕੀਮਾਂ ਨੂੰ, ਚਾਹੇ ਮਨਰੇਗਾ ਸੀ, ਨੈਸ਼ਨਲ ਹੈਲਥ ਮਿਸ਼ਨ ਸੀ, ਚਾਹੇ ਡਿਜ਼ਾਸਟਰ ਫੰਡ ਸੀ, ਇਹ ਉਹਨਾਂ ਸਕੀਮਾਂ ਨੂੰ ਜਿਹੜਾ ਹੈ ਕੋਵਿਡ-19 ਨਾਲ ਜੋੜ ਰਹੇ ਨੇ। ਇੱਕੋ ਗੱਲ ਕਹਿ ਰਹੇ ਹਾਂ, ਦੇਖੋ ਅਸੀਂ ਜਿਹੜਾ ਸਾਡਾ ਸੂਬਾ ਔਰ ਬਾਰਡਰ ਸਟੇਟ ਹੋਣ ਕਰਕੇ ਸਾਡਾ ਸੂਬਾ ਔਰ ਜਿਹੜਾ ਕਰਜ਼ੇ ਦੇ ਵਿੱਚ ਹੋਣ ਕਰਕੇ ਸਾਡੇ ਸੂਬੇ ਨੂੰ ਇੱਕ ਵਿਸ਼ੇਸ਼ ਰਿਆਇਤ ਦੀ ਵਿਸ਼ੇਸ਼ ਜ਼ਰੂਰਤ ਹੈ। ਜੇ ਤੁਸੀਂ ਵਿਸ਼ੇਸ਼ ਪੈਕੇਜ ਦੇ ਸਕਦੇ ਤਾਂ 4400 ਕਰੋੜ ਰੁਪਏ ਦੇ ਏਰੀਆ ਹੀ ਦੇ ਦਿਓ। ਜੇ ਤੁਸੀਂ ਉਹ ਹੀ ਕਰ ਸਕਦੇ, ਸਾਡਾ ਇੱਕ 30,000 ਦਾ CC ਲਿਮਟ ਦਾ ਜਿਹੜਾ ਉਹ ਚੱਲ ਰਿਹਾ, ਸਾਨੂੰ ਉਹੀ ਮਾਫ ਕਰ ਦਿਓ, ਕੋਈ ਰਾਹਤ ਤਾਂ ਦਿਓ। ਐ ਤਾਂ ਨਾ ਕਰੋ ਪੰਜਾਬ ਨਾਲ। ਪੰਜਾਬ ਅੰਨਦਾਤਾ ਹੈ, ਪੂਰਾ ਭਾਰਤ ਦਾ ਅੰਨਦਾਤਾ, ਉਹ ਸਭ ਦਾ ਪੇਟ ਭਰਦਾ ਹੈ। ਕੋਈ ਸਵੱਲੀ ਨੇ ਰੱਖ ਲੈਣਗੇ ਪੰਜਾਬ ਦੀ ਗੱਲ ਨਹੀਂ ਹੈ। ਅਸੀਂ ਕੰਮ ਕਰ ਰਹੇ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਹਰ ਇੱਕ ਫੈਸਲਾ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਦੀ ਸਰਾਹਨਾ ਕਰ ਰਹੇ ਨੇ। ਇਹ ਮੇਰੇ BJP ਵੀਰ ਨੇ ਵੀ ਕਿਹਾ ਕਿ ਇਹਨਾਂ ਨੇ ਵੀ ਸਰਾਹਨਾ ਕੀਤੀ ਹੈ। ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਪਰ ਸਾਥ ਦਿਓ। ਐ ਨਾ ਕਰੋ ਗਹਿਣਾ ਕੁਛ ਤੇ ਕਰਨਾ ਕੁਛ। ਹੁਣ ਸਿਮਰਤ ਕੌਰ ਬਾਦਲ ਨੇ ਵੀ 638 ਕਰੋੜ ਦੀ ਗੱਲ ਕੀਤੀ, ਇਹਨਾਂ ਨੇ 638 ਕਰੋੜ ਦੀ ਗੱਲ ਕੀਤੀ, ਜਦੋਂ ਕਿ ਸਾਨੂੰ ਡਿਜ਼ਾਸਟਰ ਫੰਡ ਦੇ ਵਿੱਚੋਂ ਵੀ ਹਜੇ ਤੱਕ 247.50 ਕਰੋੜ ਰੁਪਏ ਜਿਹੜਾ ਡਿਸਬਰਸ ਕੀਤਾ ਗਿਆ। ਅਨਾਉਂਸ 638 ਕੀਤਾ, ਡਿਸਬਰਸ 247 ਕੀਤਾ। ਤੁਸੀਂ ਗੱਲ ਨੂੰ ਸਮਝੋ ਕਿ ਆਪਾਂ ਕੱਲੀ ਗੱਲ ਕਹਿਣੀ ਉਹ ਅਲੱਗ ਹੁੰਦੀ ਹੈ, ਟ੍ਰਾਂਜੈਕਸ਼ਨ ਜਿਹੜੀ ਹੈ ਉਹ ਆਪਦੇ ਆਪ ਚ ਬੋਲਦੀ ਹੈ, ਉਹ ਕੀ ਨਹੀਂ ਹੈ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਤੁਸੀਂ
ਜਿਹੜੀ GST ਜਿਹੜਾ ਸਾਡਾ ਏਰੀਆ ਦਿੱਤਾ ਹੈ, ਔਰ ਉਸ ਨੂੰ ਵੀ ਤੁਸੀਂ ਕਰੋਨਾ ਨਾਲ ਜੋੜ ਕੇ ਦਿਖਾ ਰਹੇ ਹੋ, ਔਰ ਤੁਸੀਂ ਇਹੀ ਕਹਿ ਰਹੇ ਹੋ ਸੈਂਟਰ ਬਹੁਤ ਪੈਸਾ ਭੇਜ ਰਿਹਾ ਹੈ, ਕਰੋੜਾਂ ਰੁਪਇਆ ਭੇਜ ਰਿਹਾ ਹੈ। ਇਹ ਗੱਲ ਕਤਈ ਠੀਕ ਨਹੀਂ ਹੈ। ਸ਼ਰਮਾ ਸਾਹਿਬ, ਤੁਸੀਂ ਮਿੱਡਾ ਸਾਹਿਬ ਦਾ ਸੁਣਿਆ ਵੀ ਹੈ ਜਵਾਬ ਕਿ ਕੀ ਉਹਨਾਂ ਨੇ ਕਿਹਾ ਹੈ। ਖਾਸ ਤੌਰ 'ਤੇ ਉਹਨਾਂ ਦਾ ਕਹਿਣਾ ਹੈ ਕਿ ਰੂਟੀਨ ਦੀਆਂ ਸਕੀਮਾਂ ਹੈਗੀਆਂ ਜਿਹੜੀਆਂ ਕੇਂਦਰ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਹੈ, ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ। ਪੰਜਾਬ ਜਿਹੜਾ ਦੇਸ਼ ਦਾ ਅਨਾਜ ਦੇ ਨਾਲ ਪੇਟ ਭਰਦਾ ਹੈ, ਪੰਜਾਬ ਨਾਲ ਇਦਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਇਹੋ ਜਿਹੇ ਸੰਕਟ ਦੇ ਮੌਕੇ 'ਤੇ ਬਾਰ-ਬਾਰ ਉਹਨਾਂ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ। ਸ਼ਰਮਾ ਜੀ, ਕੀ ਕਹੋਗੇ? ਦੇਖੋ, ਮੈਂ ਮਿੱਡਾ ਜੀ ਨੂੰ ਥੋੜਾ ਕਹਿਣਾ ਚਾਹੁੰਦਾ, ਕਿਉਂਕਿ ਫੈਕਟ ਤੇ ਫੈਕਟ ਹੈ, ਉਹਨੂੰ ਤੁਸੀਂ ਡਿਸਟੋਰਟ ਕਰਕੇ ਕਹੋ ਤਾਂ ਅੱਛਾ ਨਹੀਂ ਲੱਗਦਾ। ਮਿੱਡਾ ਜੀ ਕਹਿ ਰਹੇ ਸੀ ਕਿ ਇਹ ਸਾਰੀਆਂ ਸਕੀਮਾਂ 'ਚ ਕਰੋਨਾ ਹੁੰਦਾ ਜਾਂ ਨਾ ਹੁੰਦਾ ਆ ਰਹੇ ਸੀ। ਮੈਂ ਉਹਨਾਂ ਨੂੰ ਯਾਦ ਦਿਲਾ ਦਿਆਂ ਕਿ ਉਜਵਲਾ ਸਕੀਮ ਦੇ ਤਹਿਤ ਫ੍ਰੀ ਸਿਲੰਡਰ ਨਹੀਂ ਮਿਲ ਰਹੇ ਸੀ। 3 ਮਹੀਨੇ ਲਈ ਹਰ ਪਰਿਵਾਰ ਨੂੰ 1 ਸਿਲੰਡਰ ਫ੍ਰੀ, ਇਹ ਸਿਰਫ ਕਰੋਨਾ ਕਰਕੇ ਹੁਣ ਦੇਣਾ ਸ਼ੁਰੂ ਹੋਇਆ, ਔਰ ਪੰਜਾਬ ਦੇ ਅੰਦਰ 3.5 ਲੱਖ ਪਰਿਵਾਰਾਂ ਨੂੰ ਹਰ 1 ਸਿਲੰਡਰ ਫ੍ਰੀ ਮਿਲ ਗਿਆ। ਅਗਲੇ 2 ਮਹੀਨੇ ਹੋਰ ਫ੍ਰੀ ਮਿਲੇਗਾ, ਪਹਿਲਾਂ ਨਹੀਂ ਮਿਲ ਰਿਹਾ ਸੀ ਜੀ। 21 ਲੱਖ ਮਹਿਲਾਵਾਂ ਦੇ ਜਨ ਧਨ ਅਕਾਊਂਟ 'ਚ ਅਦਰਵਾਈਜ਼ ਪੈਂਦੇ, ਲੇਕਿਨ ਜਨ ਧਨ ਅਕਾਊਂਟ 'ਚ 33 ਲੱਖ ਪੰਜਾਬ ਦੀਆਂ ਮਹਿਲਾਵਾਂ ਦੇ 'ਚ 500 ਰੁਪਇਆ ਪੈ ਗਿਆ। ਉਹ ਜਿਹੜੇ ਪੈਸੇ ਨੇ ਉਹ ਸਿਰਫ ਕਰੋਨਾ ਸੰਕਟ ਕਰਕੇ ਹੀ ਆਏ ਨੇ। ਕਿਸਾਨਾਂ ਨੂੰ ਜਿਹੜਾ 2000 ਰੁਪਇਆ ਆਇਆ ਹੈ, ਜਿਹੜਾ ਉਹਨਾਂ ਨੂੰ ਆਲਰੇਡੀ 6000 ਮਿਲਣਾ ਸੀ, ਉਸ ਤੋਂ ਇਲਾਵਾ ਚੌਥੀ ਕਿਸ਼ਤ ਦੇ ਨਾਤੇ ਸਰਕਾਰ ਨੇ ਦਿੱਤਾ ਹੈ। ਔਰ ਕਿੰਨੇ ਕਿਸਾਨਾਂ ਨੂੰ ਦਿੱਤਾ ਤੁਹਾਨੂੰ ਮੈਂ ਅੱਗੇ ਵੀ ਜ਼ਿਕਰ ਕਰਕੇ ਦੱਸਿਆ ਹੈ। ਸੋ ਇਸ ਕਰਕੇ ਇਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਕਰੈਕਟ ਕਰ ਲੈਣੀਆਂ ਚਾਹੀਦੀਆਂ। ਬਹੁਤ ਸਾਰੇ ਕੰਮ ਜਿਹੜੇ ਕੇਂਦਰ ਸਰਕਾਰ ਕਰ ਰਹੀ ਹੈ, ਬਹੁਤ ਸਾਰਾ ਪੈਕੇਜ ਦੇ ਰਹੀ ਹੈ। ਇੰਡਸਟਰੀ ਨੂੰ ਕਿਹਾ ਕਿ 3 ਮਹੀਨੇ ਤੱਕ ਤੁਹਾਨੂੰ ਕੋਈ ਵਿਆਜ ਦੇਣ ਦੀ ਕਿਸ਼ਤ ਦੇਣ ਦੀ ਲੋੜ ਨਹੀਂ ਹੈ। ਬੈਂਕਾਂ ਨੂੰ ਕਿਹਾ ਕਿ ਤੁਹਾਨੂੰ 31 ਦਸੰਬਰ ਤੱਕ ਕਿਸੇ ਯੂਨਿਟ ਨੂੰ ਬੈਂਕ NPA ਨਹੀਂ ਕਰ ਸਕਦੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਕਰ ਰਹੀ ਹੈ, ਇਹ ਸੰਕਟ ਨੂੰ ਧਿਆਨ 'ਚ ਰੱਖਦੇ ਹੋਏ ਕਰ ਰਹੀ ਹੈ। ਔਰ ਇਹ ਡਿਜ਼ਾਸਟਰ ਰਿਲੀਫ ਫੰਡ ਦੀ ਗੱਲ ਕਰ ਰਹੇ ਸੀ, ਇਹਨਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਪੰਜਾਬ ਨੂੰ ਕਿ ਸੈਂਟਰ ਨੇ ਤਾਂ ਆਪਣਾ ਸ਼ੇਅਰ ਦੇ ਦਿੱਤਾ। ਬਿਲਕੁਲ ਠੀਕ ਕਹਿ ਰਹੇ ਨੇ, ਸੈਂਟਰ ਨੇ ਪਹਿਲੀ ਕਿਸ਼ਤ ਆਪਣੇ ਸ਼ੇਅਰ ਦੀ ਦੇ ਦਿੱਤੀ। ਪੰਜਾਬ ਨੇ ਕਿੰਨੇ ਪੈਸੇ ਪਾਏ ਆਪਣੇ ਸ਼ੇਅਰ ਦੇ? ਉਹਦੇ 'ਚ 1 ਰੁਪਈਆ ਵੀ ਪੰਜਾਬ ਨੇ ਪਾਇਆ ਨਹੀਂ। ਦੂਜੀ ਗੱਲ, ਇਹ ਬਾਰ-ਬਾਰ GST ਦੀ ਗੱਲ ਕਰ ਰਹੇ, GST ਦੇ ਦਿੱਤਾ। ਤੁਹਾਨੂੰ ਮੈਂ ਧਿਆਨ 'ਚ ਲਿਆ ਦਿਆਂ ਸਿੱਧੂ ਸਾਹਿਬ, 309 ਕਰੋੜ ਰੁਪਈਆ ਪੰਜਾਬ ਦੀ ਇੰਡਸਟਰੀ ਦਾ ਵੈਟ ਦਾ ਰਿਫੰਡ, GST ਆਉਣ ਤੋਂ ਪਹਿਲਾਂ ਵੈਟ ਹੁੰਦਾ ਸੀ, ਉਹ ਵੈਟ ਦਾ ਰਿਫੰਡ ਪੰਜਾਬ ਸਰਕਾਰ ਦੱਬੀ ਬੈਠੀ ਹੈ, ਪੰਜਾਬ ਦੀ ਇੰਡਸਟਰੀ ਨੂੰ ਦੇ ਨਹੀਂ ਰਹੀ। ਇਹ ਪਹਿਲਾਂ ਪੰਜਾਬ ਦੀ ਇੰਡਸਟਰੀ ਨੂੰ ਤਾਂ ਇਨਸਾਫ ਦੇਣ, ਉਹਨਾਂ ਨੂੰ ਵੈਟ ਦਾ ਰਿਫੰਡ ਦੇਣ। ਮੈਂ ਜਿਸ ਗੱਲ ਤੇ ਆਉਣਾ ਚਾਹੁੰਦਾ, ਦੇਖੋ ਬਹੁਤ ਸਾਰੀਆਂ ਸਟੇਟਾਂ ਐਸੇ, ਕਿਉਂਕਿ ਟੈਕਸ ਦਾ ਪੈਸਾ ਸੈਂਟਰ ਕੋ ਵੀ ਜਾਂਦਾ, ਸਟੇਟ ਕੋ ਵੀ ਜਾਂਦਾ। ਔਰ ਇਹ ਸੰਕਟ ਕੋਈ ਇਕੱਲੇ ਪੰਜਾਬ 'ਚ ਤੇ ਆਇਆ ਨਹੀਂ ਕਿ ਵੀ ਪੰਜਾਬ ਦੀ ਸਹਾਇਤਾ ਕੇਂਦਰ ਕਰੇਗਾ ਵਿਸ਼ੇਸ਼ ਰੂਪ ਨਾਲ, ਪੂਰੇ ਦੇਸ਼ 'ਚ ਸੰਕਟ ਹੈ। ਔਰ ਪੰਜਾਬ ਨਾਲੋਂ ਵੀ ਜ਼ਿਆਦਾ ਬਾਕੀ ਸਟੇਟਾਂ 'ਚ ਹੈ। ਕੇਂਦਰ ਬਹੁਤ ਮਦਦ ਕਰ ਰਿਹਾ ਹੈ। ਤੁਹਾਨੂੰ ਮੈਂ 2 ਸਟੇਟਾਂ ਦੀ ਉਦਾਹਰਨ ਦਿੰਦਾ। ਸ਼ਰਮਾ ਸਾਹਿਬ, ਯੂਪੀ ਸਟੇਟ ਸਾਡੇ ਨਾਲੋਂ ਕੋਈ ਜ਼ਿਆਦਾ ਅਮੀਰ ਸਟੇਟ ਨਹੀਂ ਹੈ। ਆਪਣੀ ਗੱਲ ਚੇਤੇ ਰੱਖਿਓ, ਤੁਸੀਂ ਉਦਾਹਰਨ ਸਾਡੇ ਨਾਲੋਂ ਜ਼ਰੂਰ ਘੱਟ ਹੈ। ਦਿਓ। ਜਨਤਾ ਨੂੰ ਰਾਹਤ ਕੀ ਦਿੱਤੀ ਹੈ ਪੰਜਾਬ 'ਚ? ਪੰਜਾਬ 'ਚ ਰਾਸ਼ਨ ਵੰਡਿਆ, ਉਹ ਵੀ ਆਪਣੀ ਕਿੱਟੀ ਦਾ, ਉਹ ਵੀ ਕੈਪਟਨ ਸਾਹਿਬ ਦੀਆਂ ਫੋਟੋਆਂ ਲਾ ਕੇ। ਜਿਸ ਪ੍ਰਕਾਰ ਦੀ ਬੰਦਰ ਬਾਂਟ ਹੋਈ, ਜਿਸ ਪ੍ਰਕਾਰ ਕਾਂਗਰਸੀ ਵਰਕਰਾਂ ਨੇ ਉਹਦਾ ਬੁਰਾ ਹਾਲ ਕੀਤਾ, ਪੰਜਾਬ ਦੀ ਜਨਤਾ ਦੇ ਸਾਹਮਣੇ ਹੈ। ਸਾਰੀਆਂ ਸਟੇਟਾਂ ਨੂੰ ਕਿਹਾ ਕਿ ਤੁਸੀਂ ਮੰਡੀ ਐਕਟ 'ਚ ਬਦਲਾਵ ਕਰ ਲਓ, ਕਿਸਾਨ ਦੀ ਫਸਲ ਉਹਦੇ ਪਿੰਡ 'ਚ ਜਾ ਕੇ ਖਰੀਦ ਲਓ, ਉਹਦੇ ਖੇਤ 'ਚ ਖਰੀਦ ਲਓ। ਆ ਸਾਡੇ ਨਾਲ ਲੱਗਦਾ ਸੂਬਾ ਹਰਿਆਣਾ ਹੈ। ਹਰਿਆਣਾ 'ਚ 477 ਮੰਡੀਆਂ ਸੀ ਪਹਿਲਾਂ, ਉਹਨਾਂ ਨੇ 4 ਗੁਣਾ ਮੰਡੀਆਂ ਵਧਾਈਆਂ, 2000 ਮੰਡੀਆਂ ਸਥਾਪਿਤ ਕੀਤੀਆਂ। ਹਰ 3 ਪਿੰਡਾਂ ਪਿੱਛੇ ਇੱਕ ਮੰਡੀ ਬਣਾਈ, ਕਿਸਾਨਾਂ ਦੀ ਫਸਲ ਚੁੱਕੀ, ਵੈਬ ਪੋਰਟਲ ਬਣਾਇਆ, ਕਿਸਾਨ ਨੂੰ ਕਿਸੇ ਕੋ ਜਾਣ ਦੀ ਲੋੜ ਨਹੀਂ। ਪੰਜਾਬ 'ਚ ਕੀ ਕੀਤਾ? ਕੋਈ ਇੱਕ ਨਵੀਂ ਮੰਡੀ ਨਹੀਂ ਬਣਾਈ ਇਹਨਾਂ ਨੇ। ਕੋਈ ਸਰਕਾਰ ਨੇ ਜੋ ਛੂਟ ਦਿੱਤੀ ਸੀ ਮੰਡੀ ਐਕਟ ਸੰਸ਼ੋਧਨ ਕਰਨ ਦੀ, ਉਹਦਾ ਫਾਇਦਾ ਨਹੀਂ ਚੱਕਿਆ। ਕੂਪਨ ਦੇਣੇ ਸ਼ੁਰੂ ਕਰਤੇ। ਇੱਕ ਆੜਤੀ ਨੂੰ 5 ਕੂਪਨ ਦਿੰਦੇ ਆ, ਉਹ ਕੂਪਨ ਵਿਚਾਰੇ ਕਿਸਾਨ ਤੱਕ ਇੱਕ ਪਹੁੰਚਦਾ ਹੈ, ਉਹਦੀ ਅੱਧੀ ਪਚੱਧੀ ਫਸਲ ਆਉਂਦੀ ਹੈ, ਰੁਲ ਰਹੀ ਹੈ ਪੰਜਾਬ ਦੇ ਕਿਸਾਨ ਦੀ ਫਸਲ। ਸੋ ਜਿੰਨਾ ਚੀਜ਼ਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ, ਉਹਨਾਂ ਚੀਜ਼ਾਂ ਵੱਲ ਧਿਆਨ ਦੇ ਨਹੀਂ ਰਹੇ। ਰਾਸ਼ਨ ਵੰਡ ਰਿਹਾ, ਬੰਦਰ ਬਾਂਟ ਹੋ ਰਹੀ ਹੈ, ਕਿਸਾਨ ਦੀ ਫਸਲ ਚੁੱਕੀ ਨਹੀਂ ਜਾ ਰਹੀ, ਉਹਦੀ ਬਹੁਤ ਬੁਰੀ ਹਾਲਤ ਹੈ। ਇੰਡਸਟਰੀ ਦਾ ਵੈਟ ਦਾ ਰਿਫੰਡ ਇਹਨਾਂ ਨੇ ਦਿੱਤਾ ਨਹੀਂ। ਸੋ ਜੋ ਚੀਜ਼ਾਂ ਪੰਜਾਬ ਸਰਕਾਰ ਦੇ ਕਰਨ ਵਾਲੀਆਂ ਉਹ ਨਾ ਕਰਕੇ, ਔਰ ਹਰ ਗੱਲ 'ਚ ਕੇਂਦਰ ਸਰਕਾਰ ਨੂੰ ਕਹੀ ਜਾਣਾ ਜਿਹੜੀ ਇੰਨਾ ਕੁਝ ਕਰ ਰਹੀ ਹੈ, ਦੇਸ਼ ਦੀ ਏਡੀ ਵੱਡੀ ਲੜਾਈ ਲੜ ਰਹੀ ਹੈ, ਸਾਰੇ ਲੋਕਾਂ ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ, ਉਹਨਾਂ ਦੇ ਅਕਾਊਂਟਾਂ 'ਚ ਪੈਸੇ ਆ ਰਹੇ ਨੇ। ਕਿਸਾਨਾਂ ਦੇ ਅਕਾਊਂਟ 'ਚ ਪੈਸੇ ਆਏ ਕਿ ਨਹੀਂ ਆਏ? ਮਹਿਲਾਵਾਂ ਦੇ ਅਕਾਊਂਟ 'ਚ ਪੈਸੇ ਆਏ ਕਿ ਨਹੀਂ ਆਏ? ਫ੍ਰੀ ਸਿਲੰਡਰ ਆਏ ਕਿ ਨਹੀਂ ਆਏ? ਸੋ ਮੇਰਾ ਇਹ ਨਿਵੇਦਨ ਹੈ ਕਿ ਪੰਜਾਬ ਸਰਕਾਰ ਹੈ ਜਿਹੜਾ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਲਈ ਹਰ ਵਾਰ ਇਹਨਾਂ ਨੇ ਇੱਕ ਤਰੀਕਾ ਫੜ ਲਿਆ ਕਿ ਆਪਣੀ ਇਨਐਫੀਸ਼ੀਐਂਟ। ਤੁਸੀਂ ਦੇਖੋ ਰਾਜਪੁਰੇ 'ਚ ਕੀ ਹੋਇਆ, ਰਾਜਪੁਰੇ 'ਚ ਕਿਉਂ CM ਦਾ ਗ੍ਰਹਿ ਜ਼ਿਲ੍ਹਾ ਸੀਗਾ, ਕੌਣ ਲੋਕ ਕਰੋਨਾ ਫੈਲਾਉਣ ਵਾਲੇ ਨੇ? ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾ ਉਹਨਾਂ ਲੋਕਾਂ ਦਾ ਪਿਛੋਕੜ ਕੀ ਹੈ, ਕਿੰਨਾ ਨੇ ਉਹਨਾਂ ਨੂੰ ਪਾਸ ਜਾਰੀ ਕੀਤੇ, ਉਹ ਕੀ ਧੰਦਾ ਕਰਦੇ ਸੀ। ਤੁਹਾਡੇ ਮੀਡੀਆ 'ਚ ਖਬਰਾਂ ਛਪ ਰਹੀਆਂ, ਅਖਬਾਰਾਂ 'ਚ ਖਬਰਾਂ ਛਪ ਰਹੀਆਂ, ਤੁਹਾਡੇ ਚੈਨਲ ਖਬਰਾਂ ਚਲਾ ਰਹੇ ਨੇ ਕਿ ਹੁੱਕਾ ਪਾਰਟੀਆਂ ਚੱਲ ਰਹੀਆਂ ਸੀ, ਸ਼ਰਮਾ ਸਾਹਿਬ ਵਿੱਚੋਂ ਜੀ, ਸ਼ਰਮਾ ਜੀ ਸੋ ਇਸ ਵੇਲੇ ਮੈਂ ਵਿੱਚੋਂ ਤੋਂ ਕਿ ਇਸ ਗੱਲ ਦੇ ਉੱਤੇ ਮੁੱਦੇ ਤੇ ਵੀ ਆ ਰਿਹਾ ਹੈ ਕਿ ਰਾਜਪੁਰੇ 'ਚ ਕੀ ਵਾਪਰਿਆ ਪਿਆ, ਇਹਦੇ ਤੇ ਵੀ ਸਵਾਲ ਲਵਾਂਗੇ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ।
ਜਦੋਂ ਮਹਾਮਾਰੀ ਦੀ ਗੱਲ ਕਰਦੇ ਹਾਂ ਕਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਪੰਜਾਬ ਸਰਕਾਰ ਨਾਲ ਦੂਜੀਆਂ ਰਾਜਾਂ ਕਿੰਨੇ ਜ਼ਿੰਮੇਵਾਰ ਹੈ, ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ। ਪਰ ਨਿੱਕੀ ਜਿਹੀ ਬ੍ਰੇਕ ਦੇ ਬਾਅਦ ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਪੈਨਲ ਤੇ ਜਿਹੜੇ ਮਹਿਮਾਨ ਜੁੜੇ ਹੋਏ ਆ, ਕਾਂਗਰਸ ਪਾਰਟੀ ਦੇ ਬੁਲਾਰੇ ਰਿੰਪਲ ਮਿੱਡਾ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੁਭਾਸ਼ ਸ਼ਰਮਾ, ਦੋਨੋਂ ਹੀ ਆਗੂਆਂ ਦੇ ਨਾਲ ਆਪਾਂ ਇਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ। ਸ਼ਰਮਾ ਜੀ ਦੇਖੋ, ਜੇ ਲੜਾਈ ਲੜਨੀ ਹੈ ਤਾਂ ਕੇਂਦਰ ਦਿੱਲੀ 'ਚ ਬੈਠ ਕੇ ਲੜਾਈ ਨਹੀਂ ਲੜ ਸਕੇਗਾ ਨਾ, ਲੜਾਈ ਤਾਂ ਸੂਬਿਆਂ ਨੇ ਲੜਨੀ ਹੈ। ਸੂਬੇ ਜਿਹੜੇ ਹੈਗੇ ਆ, ਮੈਂ ਜਿੱਦਾਂ ਕਿਹਾ ਕਿ 80% ਸੂਬੇ ਉਹ ਹੈ ਜਿਹੜੇ ਕਹਿ ਰਹੇ ਕਿ ਸਾਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ, ਇਹਦੇ ਬਗੈਰ ਲੜਿਆ ਨਹੀਂ ਜਾ ਸਕਦਾ। ਮੈਂ ਕੇਰਲਾ ਦੀ ਗੱਲ ਕੀਤੀ ਹੈ, ਦੂਜੇ ਸੂਬੇ ਵੀ ਹੈ, ਪੰਜਾਬ ਤੇ ਆਪਾਂ ਚਰਚਾ ਕਰ ਰਹੇ ਹਾਂ। ਜਿਹੜੀ ਸਪੈਸ਼ਲ ਜਿਹੜੀ ਕਿ ਫਾਈਨੈਂਸ਼ੀਅਲ ਅਸਿਸਟੈਂਸ ਦਾ ਚਾਹੁੰਦੇ ਆ ਜੀ, ਉਸ ਮੁੱਦੇ ਤੇ ਜਿੱਦਾਂ ਤੁਸੀਂ ਵੰਡ ਦੀ ਗੱਲ ਕੀਤੀ ਆ, ਉਹ ਕਹਿੰਦੇ ਕਿ ਸਾਨੂੰ ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰ ਲਈਏ ਤਾਂ ਜਦੋਂ ਉਹ ਕੌਮੀ ਪੱਧਰ ਤੇ ਫੰਡ ਜਾਰੀ ਆਉਂਦੇ ਆ ਤਾਂ ਸੂਬਿਆਂ ਦੇ ਹਿੱਸੇ ਤਾਂ ਬਹੁਤ ਥੋੜੇ, ਜ਼ਿਲ੍ਹਿਆਂ 'ਚ ਅੱਗੇ ਜਾ ਕੇ, ਕਸਬਿਆਂ 'ਚ ਅੱਗੇ ਜਾ ਕੇ ਤਾਂ ਉਹ ਇੱਕ ਨਾਮਾਤਰ ਸਹਾਇਤਾ ਰਹਿ ਜਾਂਦੀ ਹੈ। ਉਹਨਾਂ ਦਾ ਕਹਿਣਾ ਕਿ ਜਦ ਤੱਕ ਕੇਂਦਰ ਵੱਲੋਂ ਫੰਡ ਨਹੀਂ ਮਿਲਣਗੇ ਸਾਨੂੰ ਮਦਦ ਨਹੀਂ ਹੋਵੇਗੀ, ਲੜਾਈ ਨਹੀਂ ਲੜੀ ਜਾਏਗੀ। ਸੂਬਿਆਂ ਦੀ ਮਦਦ ਤੇ ਸੂਬਿਆਂ ਦੀ ਸਹਿਯੋਗ ਜੇ ਆਪਾਂ ਸੂਬਿਆਂ ਨੂੰ ਤਕੜੇ ਨਹੀਂ ਕਰਾਂਗੇ ਸ਼ਰਮਾ ਜੀ ਤਾਂ ਕੱਲਾ ਕੇਂਦਰ ਲੜਾਈ ਨਹੀਂ ਲੜ ਸਕੇਗਾ ਨਾ। ਕੇਂਦਰ ਲਗਾਤਾਰ ਫੰਡ ਦੇ ਰਿਹਾ ਹੈ। ਜਿਹੜਾ 1,70,000 ਕਰੋੜ ਦਾ ਪੈਕੇਜ ਉਹ ਕਿੰਨਾਂ ਨੂੰ ਗਿਆ ਹੈ? ਉਹ ਸਟੇਟਾਂ ਨੂੰ ਗਿਆ ਹੈ। ਜੋ ਵੀ ਪੈਸਾ ਕੇਂਦਰ ਸਰਕਾਰ ਖਰਚ ਕਰ ਰਿਹਾ ਉਹ ਸਾਰਾ ਸਟੇਟਸ ਨੂੰ ਦੇ ਰਿਹਾ ਹੈ। ਲੇਕਿਨ ਮੈਂ ਜਿਸ ਗੱਲ ਤੇ ਆਣਾ ਚਾਹੁੰਦਾ ਹੈ ਕਿ ਸਟੇਟਸ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਵੀ ਆਪਣੇ ਰਿਸੋਰਸਸ ਦਾ ਇਸਤੇਮਾਲ ਕਰਨ। ਉਹ ਵੀ ਜਿਹੜਾ ਦੇਖੋ ਸਾਡੇ ਦੇਸ਼ 'ਚ ਫੈਡਰਲ ਸਟਰਕਚਰ ਹੈ, टैक्स का पैसा अगर सेंटर को जाता है तो टैक्स का पैसा स्टेट्स को भी आता है। लेकिन हो की रहा है कि अगर कोई स्टेट खुद इनएफिशिएंट रहेगा, खुद वो करेगा, तो सेंटर तो जो मदद कर सकता कर ही रहा है और सारिया स्टेटां दी कर रहा है। इस पूरे देश की महामारी किसी एक स्टेट को पैकेज नहीं दिता जा सकता ना, पूरे देश को पैकेज देना है, भी देना है, पूरे हिंदुस्तान को देना है और असीं सब हिंदुस्तान का हिस्सा है। जो कुछ हिंदुस्तान को मिलेगा सानू भी मिलेगा। ਤੁਹਾਨੂੰ ਮੈਂ ਦੱਸਿਆ ਕਿ ਜਿਹੜੀਆਂ ਸਕੀਮਾਂ ਸਰਕਾਰ ਨੇ ਪੈਸੇ ਦਿੱਤੇ ਉਹ ਜਿੱਥੇ ਹਿੰਦੁਸਤਾਨ ਦੇ ਬਾਕੀ ਲੋਕਾਂ ਦੇ ਅਕਾਊਂਟਾਂ 'ਚ ਆਏ, ਪੰਜਾਬ ਦੇ ਲੋਕਾਂ ਦੇ ਅਕਾਊਂਟਾਂ 'ਚ ਵੀ ਆਏ ਔਰ ਲੱਖਾਂ ਲੋਕਾਂ ਦੇ ਅਕਾਊਂਟ 'ਚ ਆਏ ਆ। ਜੇ ਅੱਜ ਪੰਜਾਬ ਦੇ 1,41,00,000 ਲੋਕਾਂ ਨੂੰ ਰਾਸ਼ਨ ਆ ਰਿਹਾ ਹੈ ਜੋ ਪੰਜਾਬ ਦੀ ਆਬਾਦੀ ਦਾ 80% ਹੀ ਬਣਦਾ ਹੈ, ਤਾਂ ਕੇਂਦਰ ਦਾ ਪੈਕੇਜ ਹੀ ਤੇ ਆ ਰਿਹਾ ਨਾ ਜੀ। ਇਸ ਕਰਕੇ ਕੇਂਦਰ ਜੋ ਯਥਾ ਸੰਭਵ ਸਹਾਇਤਾ ਕਰ ਰਿਹਾ ਅੱਗੇ ਵੀ ਕਰੇਗਾ। ਮੈਂ ਨਹੀਂ ਕਹਿ ਰਿਹਾ, ਕੇਂਦਰ ਤਾਂ ਪ੍ਰਧਾਨ ਮੰਤਰੀ ਜੀ ਨੇ ਤਾਂ ਕਹਿਤਾ ਹੈ ਕਿ ਜਿਹੜਾ ਪਹਿਲਾ ਪੈਕੇਜ ਆਇਆ ਸੀ ਕੈਪਟਨ ਅਮਰਿੰਦਰ ਸਿੰਘ ਦੂਸਰਾ ਪੈਕੇਜ ਵੀ ਕਿ ਸਾਡੇ ਗੋਡਾਊਨ ਭਰੇ ਪਿਆ ਅਨਾਜ ਦੇ ਨਾਲ ਕੇਂਦਰ ਸਾਨੂੰ ਇਜਾਜ਼ਤ ਦੇਵੇ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਦੇ ਅਧੀਨ ਨਾਲੇ ਅਨਾਜ ਵੰਡਿਆ ਜਾਵੇ, ਨਾਲੇ ਤਾਂ ਪੰਜਾਬ ਦਾ ਜਿਹੜਾ ਭਾਰ ਹੈ ਉਹ ਜਗ੍ਹਾ ਖਾਲੀ ਹੋਏਗੀ, ਨਾਲੇ ਲੋਕਾਂ ਦੇ ਪੇਟ ਦੇ ਵਿੱਚ ਅਨਾਜ ਆਏਗਾ। ਇਦਾਂ ਜਿਹੜਾ ਬਹੁਤ ਵੱਡੀ ਮਾਤਰਾ 'ਚ ਅਨਾਜ ਜਿਹੜਾ ਹੈਗਾ ਉਹ ਗੋਡਾਊਨਾਂ ਦੇ ਵਿੱਚ ਦਿੱਕਤ ਬਣੀ ਵੀ ਹੈ, ਉਹ ਕਿਉਂ ਨਹੀਂ ਵੰਡਿਆ ਜਾ ਰਿਹਾ ਜੀ? ਸਿੱਧੂ ਸਾਹਿਬ 3 ਮਹੀਨੇ ਲਈ ਪੰਜਾਬ 'ਚ ਹਰ 1,41,00,000 ਲੋਕਾਂ ਲਈ ਇੱਕ ਵਿਅਕਤੀ ਨੂੰ 5 ਕਿਲੋ गेहूं 1 किलो दाल अगले 3 महीने ਲਈ ਸਰਕਾਰ ਨੇ ਰਿਲੀਜ਼ ਕਰਤੀ ਹੈ। ਹੁਣ ਵੰਡਿਆ ਕਿਉਂ ਨਹੀਂ ਜਾ ਰਿਹਾ? ਤੁਸੀਂ ਬਿਲਕੁਲ ਠੀਕ ਕੁਐਸਚਨ ਕਰਦੇ। ਬਹੁਤ ਸਾਰੀਆਂ ਸਟੇਟਾਂ ਨੇ ਕੇਂਦਰ ਦਾ ਰਾਸ਼ਨ ਘਰ ਘਰ ਪਹੁੰਚਾਤਾ ਹੈ। ਪੰਜਾਬ 'ਚ ਦੁਰਭਾਗਿਆਪੂਰਨ ਗੱਲ ਇਹ ਹੈ ਅਨਫੋਰਚੂਨੇਟਲੀ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਅਜੇ ਤੱਕ। ਸੋ ਕੇਂਦਰ ਤਾਂ ਦੇ ਸਕਦਾ ਹੈ ਨਾ, ਅੱਗੋਂ ਵੰਡਣ ਦਾ ਕੰਮ ਜਿਹੜਾ ਪਬਲਿਕ ਸਿਸਟਮ ਦੇ ਥਰੂ ਕਰਨਾ ਸੀ ਉਹਨੂੰ ਪੰਜਾਬ ਨਹੀਂ ਵੰਡੇਗਾ ਤੇ ਕੇਂਦਰ ਉਹਦੇ 'ਚ ਕੀ ਕਰ ਸਕਦਾ ਹੈ? ਚਲੋ ਆਪਾਂ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਦੇਣਾ ਨਾ ਕਿ ਰਾਸ਼ਨ ਕਿਉਂ ਨਹੀਂ ਵੰਡਿਆ, ਜਵਾਬ ਲੈਣ ਦੀ ਰਾਸ਼ਨ ਗਰੀਬ ਦੇ ਘਰ ਕਿਉਂ ਨਹੀਂ ਪਹੁੰਚ ਰਿਹਾ? ਜੁੜ ਸਕਦੇ ਆ ਜੀ ਮਿੰਟਾ ਸਾਹਿਬ। ਜੋ ਕੁਝ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਕਹਿ ਰਿਹਾ ਹੈ ਕਿ ਪੰਜਾਬ ਆਪਣੇ ਤੌਰ ਤੇ ਤਾਂ ਕੁਝ ਕਰ ਨਹੀਂ ਰਿਹਾ, ਸਾਰੇ ਹਿੰਦੁਸਤਾਨ ਨੂੰ ਕੇਂਦਰ ਨੇ ਪੈਸੇ ਦੇਣੇ ਆ, ਪੰਜਾਬ ਕਿਉਂ ਬਾਰ-ਬਾਰ ਇਹੀ ਦਵਾਈ ਲਾ ਰਿਹਾ ਕਿ ਸਾਨੂੰ ਮਦਦ ਦਿਓ? ਮਿੰਟਾ ਜੀ ਕੀ ਕਹੋਗੇ? ਮੈਂ ਇਹਨਾਂ ਨੂੰ ਬਹੁਤ ਇਤਮਾਨਾਨ ਨਾਲ ਸੁਣਿਆ ਔਰ ਇਹਨਾਂ ਨੇ ਫੈਕਟਸ ਦਿੱਤੇ ਨੇ, ਸਾਰੇ ਕਲੈਰੀਫਾਈ ਇਹਨਾਂ ਨੂੰ ਕਰਨੇ ਪੈਣਗੇ। ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਦੇਖੋ ਕਿ ਗੱਲ ਕਰ ਰਹੇ ਹਾਂ ਸੀਸੀ 1000 ਕਰੋੜ ਦੀ, ਆਪਾਂ ਗੱਲ ਕਰ ਰਹੇ ਹਾਂ ਜੀਐਸਟੀ ਦੇ 4400 ਕਰੋੜ ਦੇ ਏਰੀਆ ਦੀ, ਔਰ ਇਹ ਜਿਹੜੀਆਂ ਗੱਲਾਂ ਦੱਸ ਰਹੇ ਨੇ ਕਿ 5 ਰੁਪਇਆ ਜਨਤਾ ਨੂੰ ਚਪਾਤਾ। ਇਹ ਦੱਸ ਰਹੇ ਨੇ ਕਿ ਜਿਹੜੀ ਇਹਨਾਂ ਨੇ ਚੋਣ ਮੈਨੀਫੈਸਟੋ ਤੁਸੀਂ ਕੀ ਪਾਇਆ? ਅਸੀਂ ਤਾਂ ਪਾਤਾ ਕੁਛ ਨਾ ਕੁਛ। ਤੁਸੀਂ 1 ਰੁਪਇਆ ਵੀ ਨਹੀਂ ਪਾਇਆ ਜਨਤਾ ਦੇ ਅਕਾਊਂਟ 'ਚ ਅਜੇ ਤੱਕ ਆਪਣੀ ਪੰਜਾਬ ਸਰਕਾਰ ਵੱਲੋਂ। ਅਸੀਂ ਤਾਂ 760 ਕਰੋੜ ਰੁਪਇਆ ਪੰਜਾਬ ਦੀ ਜਨਤਾ ਦੇ ਅਕਾਊਂਟਾਂ 'ਚ ਪਾਤਾ। ਤੁਸੀਂ 760 ਰੁਪਏ ਨਹੀਂ ਦਿੱਤੇ ਪੰਜਾਬ ਸਰਕਾਰ ਵੱਲੋਂ। ਮੈਂ ਸ਼ਰਮਾ ਸਾਹਿਬ ਆਪਾਂ ਜਵਾਬ ਲਵਾਂਗੇ, ਮਿੱਠਾ ਜੀ ਦਾ ਜਵਾਬ ਸੁਣ ਲਈਏ ਆਪਾਂ ਜਿੱਥੇ 4400 ਕਰੋੜ ਦਾ ਹੱਕ ਹੈ ਜਿਹੜਾ ਆਪਣਾ ਆਪਦਾ ਪੈਸਾ ਉਹ ਏਰੀਆ ਉਹ ਮੰਗ ਰਹੇ ਆ, ਉਹ ਗੱਲ ਨਹੀਂ ਇਹ ਕਰਨੀ ਚਾਹੁੰਦੇ। ਜਿੱਥੇ ਮੈਂ ਤੁਹਾਨੂੰ ਇੱਕ ਹੁਣੇ ਤੁਸੀਂ ਕੇਰਲਾ ਦਾ ਜ਼ਿਕਰ ਕੀਤਾ ਸੀ, ਮੈਂ ਤੁਹਾਨੂੰ ਚਾਹਣਾ ਕਿ ਇਹ ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਹੈਗਾ ਉਹਦੇ ਵਿੱਚ ਇਹਨਾਂ ਨੇ ਜਿਹੜੀ 638 ਕਰੋੜ ਦੀ ਅਨਾਉਂਸਮੈਂਟ ਕੀਤੀ ਹੈ। ਹਿਮਾਚਲ ਦੀ ਅਨਾਉਂਸਮੈਂਟ ਪਤਾ ਕਿੰਨੀ ਹੈ? 952 ਕਰੋੜ ਦੀ, ਔਰ ਪੰਜਾਬ ਦੀ ਅਨਾਉਂਸਮੈਂਟ 638 ਦੀ, ਜਿੰਦੇ ਵਿੱਚ 247 ਕਰੋੜ ਰੁਪਇਆ
ਰਿਸੀਵ ਹੋਇਆ। ਔਰ ਤੁਸੀਂ ਦੱਸੋ ਕਿ ਹਿਮਾਚਲ ਸੂਬਾ ਵੱਡਾ ਹੈ, ਉਸ ਨੂੰ ਜ਼ਿਆਦਾ ਲੋੜ ਕਿ ਪੰਜਾਬ ਨੂੰ ਜ਼ਿਆਦਾ ਲੋੜ? ਕਿ ਤੁਹਾਨੂੰ ਇੱਥੋਂ ਕਲੀਅਰ ਕੱਟ ਪਤਾ ਨਹੀਂ ਲੱਗਦਾ ਕਿ ਇਹ ਪੰਜਾਬ ਦੇ ਨਾਲ ਇਹ ਵਿਤਕਰੇਬਾਜ਼ੀ ਹੈ। ਦੂਸਰਾ, ਇਹ ਜਿਹੜੀ ਮਾਮੂਲੀ ਰਕਮਾਂ ਨੇ ਜਨਤਾ ਦੇ ਵਿੱਚ 500 ਰੁਪਇਆ ਪਾ ਦੇਣ ਦੇ ਨਾਲ ਕੀ ਤੁਸੀਂ ਸੋਚਦੇ ਹੋ ਕਿ ਜਿਹੜਾ ਕਿਸੇ ਦਾ ਕੋਈ ਭਲਾ ਹੋ ਸਕਦਾ? ਇਹਨਾਂ ਨੇ ਜਿਹੜੀ ਦੂਸਰੀ ਨੈਸ਼ਨਲ ਫੂਡ ਸਿਕਿਉਰਿਟੀ ਉਸ ਦੇ ਤਹਿਤ ਰਾਸ਼ਨ ਦੀ ਗੱਲ ਕੀਤੀ ਹੈ, ਇਹਨਾਂ ਨੇ ਬਿਲਕੁਲ ਅਨਾਉਂਸਮੈਂਟ ਕੀਤੀ ਹੈ ਕਿ 15 ਕਿਲੋ ਕਣਕ ਜਿਹੜੀ ਹੈ 5 ਕਿਲੋ ਕਣਕ ਜਿਹੜੀ 3 ਮਹੀਨੇ ਲਈ ਔਰ 1 ਕਿਲੋ ਜਿਹੜੀ ਪਲਸ ਦਾਲ ਹੈ ਉਹ ਦਿੱਤੀ ਜਾਵੇ। ਪਰ ਇਹਨਾਂ ਨੇ ਕੰਡੀਸ਼ਨ ਲਾਈ ਹੈ ਕਿ ਇਕੱਠੀ ਨਾ ਦਿੱਤੀ ਜਾਵੇ, ਕਿਲੋ ਕਿਲੋ ਕਰਕੇ ਦਿੱਤੀ ਜਾਵੇ, 5-5 ਕਿਲੋ ਕਰਕੇ ਕੱਟੀ ਜਾਵੇ, ਜਿਹੜੀ ਕਿ ਇੱਕ ਮਹੀਨੇ ਵਾਸਤੇ ਜਿਹੜਾ ਪੂਰੇ ਦਾ ਪੂਰਾ ਸਟਾਫ ਏਬਲ ਨਹੀਂ ਹੈ। ਸਿਰਫ ਇਹੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ 15 ਕਿਲੋ ਦੀ ਇੱਕੋ ਵਾਰੀ ਦੇ ਵਿੱਚ ਅਸੀਂ ਜਿਹੜੀ ਹੈ 3 ਮਹੀਨਿਆਂ ਦਾ ਰਾਸ਼ਨ ਔਰ 3 ਕਿਲੋ ਦਾਲ ਔਰ 15 ਕਿਲੋ ਜਿਹੜੀ ਹੈ ਕਣਕ ਉਹ ਉਹਨਾਂ ਨੂੰ ਪੁੱਜਦੀ ਕਰ ਸਕੀਏ। ਔਰ ਇਹਨਾਂ ਨੇ ਉਸ ਗੱਲ ਦੇ ਉੱਤੇ ਵੀ ਹਜੇ ਕੋਈ ਤਵੱਜੋ ਨਹੀਂ ਦਿੱਤੀ। ਔਰ ਉਹ ਜਿਹੜੀ ਇਹ ਵੀ ਮੈਂ ਕਹਿ ਰਿਹਾ ਕਿ ਇਹ ਵੀ ਕੋਵਿਡ-19 ਕੋਰੋਨਾ ਦੇ ਕਰਕੇ ਨਹੀਂ ਹੈ, ਇਹ ਆਲਰੇਡੀ ਨੈਸ਼ਨਲ ਫੂਡ ਸਿਕਿਉਰਿਟੀ ਜਿਹੜਾ ਇੱਕ ਰਿਜ਼ਰਵ ਫੰਡ ਹੈ। ਇਹ ਵੀ ਆਪਾਂ ਇਹ ਗੱਲ ਨਹੀਂ ਕਹਿ ਸਕਦੇ, ਇਹ ਵੀ ਇੱਕ ਅਸੀਂ ਤਰਕ ਦਿੱਤਾ ਸੀ ਕਿ ਇਹ ਵੀ ਇੱਕ ਤਰਕ ਦਿੱਤਾ ਸੀ ਸਰਕਾਰ ਕੋਲ ਜੋ ਰਿਜ਼ਰਵ ਫੰਡ ਹੈ ਉਹਨੇ ਉਹੀ ਇਸਤੇਮਾਲ ਕਰਨਾ ਹੈ ਨਾ। ਕੋਰੋਨਾ ਦੇ ਕਰਕੇ ਸਰਕਾਰ ਨੂੰ ਕੋਈ ਨਵਾਂ ਫੰਡ ਥੋੜਾ ਆ ਗਿਆ, ਰਿਜ਼ਰਵ ਫੰਡ ਰੱਖੀ ਇਸ ਕਰਕੇ ਜਾਂਦੇ ਨੇ ਕਿ ਸੰਕਟ ਆਏ ਉਹ ਸੰਕਟ ਖਰਚ ਕੀਤੇ ਜਾਣ। ਜੀ ਮਿੰਟਾ ਜੀ ਜਵਾਬ ਲੈਣੇ ਆ, ਮਿੰਟਾ ਜੀ ਆਪਾਂ ਜਵਾਬ ਲੈਣੇ ਆ ਜਨਤਾ ਨੂੰ ਰਾਹਤ ਦੇ ਰਹੇ ਆ, ਰਾਸ਼ਨ ਦੇ ਰਹੇ ਆ। ਸਵਾਸ ਸ਼ਰਮਾ ਜੀ ਤੁਸੀਂ ਜਿਹੜੇ ਕਮੈਂਟਸ ਕੀਤੇ ਨੇ ਰਿੰਪਲ ਮਿੰਟਾ ਦੇ ਤੁਸੀਂ ਸੁਣ ਵੀ ਲਏ ਆ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਬਾਰ-ਬਾਰ ਇਹੀ ਕਹਿ ਰਿਹਾ ਹੈ ਕਿ ਜਿਹੜੀਆਂ ਰੂਟੀਨ ਦੀਆਂ ਸਕੀਮਾਂ ਉਹਨਾਂ ਦੇ ਅਧੀਨ ਜਿਹੜਾ ਹੈਗਾ ਪੈਸਾ ਆ ਰਿਹਾ ਹੈ, ਜਿਹੜਾ ਸਪੈਸ਼ਲ ਪੈਕੇਜ ਜਿਹੜਾ ਜਿੱਥੇ ਬੀਜੇਪੀ ਦੀਆਂ ਸਟੇਟਸ ਹੈ। ਬਿਲਕੁਲ ਗਲਤ ਬਿਆਨੀ ਕਰ ਰਹੇ ਨੇ, ਬਿਲਕੁਲ ਗਲਤ ਬਿਆਨੀ ਕਰ ਰਹੇ ਨੇ। ਮੈਨੂੰ ਦੱਸੋ ਕਿਹੜੇ ਰੂਟੀਨ ਦੇ ਪੈਸੇ 'ਚ ਸਰਕਾਰ ਰਾਸ਼ਨ ਦਿੰਦੀ ਸੀਗੀ 1 ਕਰੋੜ 41 ਲੱਖ ਲੋਕਾਂ ਨੂੰ? ਇਹ ਜਿਹੜਾ ਰਿਜ਼ਰਵ ਫੰਡ ਸਰਕਾਰ ਨੇ ਰੱਖਿਆ ਸੀ ਉਹ ਇਸ ਕਰਕੇ ਰੱਖਿਆ ਹੁੰਦਾ ਕਿ ਜਦੋਂ ਕੋਈ ਸੰਕਟ ਆਵੇ ਤਾਂ ਦਿੱਤਾ ਜਾਵੇ। ਅੱਜ ਉਹ ਸੰਕਟ ਦੀ ਘੜੀ ਹੈ ਤੇ ਸਰਕਾਰ ਦੇ ਰਹੀ ਜਿੰਨਾ ਸਕੀਮਾਂ 'ਚ ਅਦਰਵਾਈਜ਼ ਨਹੀਂ ਮਿਲ ਰਿਹਾ ਸੀ ਹੁਣ ਮਿਲ ਰਿਹਾ। ਮੈਂ ਜਿਸ ਗੱਲ ਤੇ ਆਉਣਾ ਚਾਹੁੰਦਾ ਹੈ ਇਹ ਘੱਟੋ ਘੱਟ ਇਹ ਤਾਂ ਦੱਸਣ ਕਿ ਪੰਜਾਬ ਸਰਕਾਰ ਕੀ ਕਰ ਰਹੀ ਹੈ। ਕੇਂਦਰ ਤੇ ਜੋ ਕਰ ਰਿਹਾ ਮੈਂ ਤੁਹਾਨੂੰ ਲਿਸਟ ਗਿਣਾਤੀ ਕਿ ਇੰਨੇ 100 ਇਹ ਪੰਜਾਬ ਵੱਲੋਂ ਦੱਸਣ ਕਿ ਪੰਜਾਬ ਸਰਕਾਰ ਨੇ ਆਪਣੀ ਜੇਬ 'ਚੋਂ, ਦੇਖੋ ਪੰਜਾਬ ਸਰਕਾਰ ਟੈਕਸ ਨਹੀਂ ਲੈਂਦੀ, ਪੰਜਾਬ ਸਰਕਾਰ ਨੇ ਪ੍ਰੋਫੈਸ਼ਨਲ ਟੈਕਸ ਲਾਇਆ, ਪ੍ਰਾਪਰਟੀ ਟੈਕਸ ਲਾਇਆ, ਐਕਸਾਈਜ਼ ਟੈਕਸਾਂ ਦਾ ਇੱਕ ਵੱਡਾ ਹਿੱਸਾ ਸਟੇਟ ਗਵਰਨਮੈਂਟ ਕੋਲ ਜਾਂਦਾ ਹੈ। ਸਟੇਟ ਗਵਰਨਮੈਂਟ ਨੇ ਪੰਜਾਬ ਦੀ ਜਨਤਾ ਲਈ ਰਾਹਤ ਲਈ ਕੀ ਕੀਤਾ? ਪੰਜਾਬ ਦੀ ਜਨਤਾ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ? ਕੈਪਟਨ ਸਾਹਿਬ ਕੀ ਕਰ ਰਹੇ ਆ? ਉਹਨਾਂ ਨੂੰ ਤਾਂ ਚਿੰਤਾ ਹੈ ਕਿ ਬਸ ਸ਼ਰਾਬ ਦੇ ਠੇਕੇ ਖੋਲ ਦਿਓ, ਉਦਯੋਗ ਖੁੱਲਣ ਜਾਂ ਨਾ ਖੁੱਲਣ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਰੇਹੜੀ ਵਾਲਾ ਸਬਜ਼ੀ ਚਲਾ ਰਿਹਾ ਕੋਈ ਚਲਾ ਰਿਹਾ ਦੀ ਕੋਈ ਚਿੰਤਾ ਨਹੀਂ ਹੈ। ਸ਼ਰਾਬ ਦੇ ਠੇਕੇ ਖੋਲ ਦਿਓ, ਉਹਨਾਂ ਨੂੰ ਤਾਂ ਸਿਰਫ ਇਸ ਗੱਲ ਦੀ ਚਿੰਤਾ ਹੈ ਜਨਤਾ ਜੋ ਸ਼ਰਮਾ ਜੀ ਸ਼ਰਾਬ ਦੇ ਠੇਕੇ, ਸ਼ਰਮਾ ਜੀ ਸ਼ਰਾਬ ਦੇ ਠੇਕਿਆਂ ਤੇ ਮੈਂ ਜਵਾਬ ਤੁਹਾਡਾ ਲੈਣਾ ਚਾਹੁੰਦਾ। ਤੁਸੀਂ ਬਿਲਕੁਲ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹੋ। ਪੰਜਾਬ 'ਚ ਭਖਵਾਂ ਮੁੱਦਾ ਬਣਿਆ ਹੋਇਆ। ਉਹ ਕਹਿੰਦੇ ਸਾਡੇ ਕੋਲੇ ਕੋਈ ਕਮਾਈ ਦੇ ਸਾਧਨ ਹੀ ਨਹੀਂ ਰਹੇ ਹੈਗੇ, ਕਮ ਸੇ ਕਮ ਸਾਨੂੰ ਲੀਗਲ ਵੇ ਨਾਲ ਕੋਈ ਆਮਦਨ ਇਕੱਠੀ ਕੀਤੀ ਜਾ ਸਕਦੀ ਹੈ। ਸ਼ਰਾਬ ਦੇ ਠੇਕੇ ਖੋਲ੍ਹਣ 'ਚ ਕੀ ਇਤਰਾਜ਼ ਹੈ? ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਪੰਜਾਬ ਬਹੁਤ ਹੀ ਸੰਕਟ 'ਚੋਂ ਨਿਕਲ ਰਿਹਾ ਹੈ, ਇਸ ਕਰਕੇ ਉਹ ਕਹਿ ਰਹੇ ਕਿ ਸ਼ਰਾਬ ਦੇ ਠੇਕੇ ਖੋਲ੍ਹਣੇ ਚਾਹੀਦੇ। ਸਿੱਧੂ ਸਾਹਿਬ, ਕੇਂਦਰ ਦੀ ਸਾਰੀ ਜਿਹੜੀ ਆਮਦਨੀ ਹੈ ਉਹ GST ਤੋਂ ਆਉਂਦੀ ਹੈ, ਲੇਕਿਨ ਉਹਦੇ ਬਾਵਜੂਦ ਸਾਰੇ ਦੇਸ਼ 'ਚ ਲੋਕਡਾਊਨ ਹੈ, ਕੋਈ ਇੰਡਸਟਰੀ ਨਹੀਂ ਚੱਲ ਰਹੀ, GST ਬੰਦ ਹੈ। ਕੇਂਦਰ ਨੂੰ ਵੀ ਕੋਈ ਆਮਦਨੀ ਨਹੀਂ ਆ ਰਹੀ, ਸਟੇਟਾਂ ਨੂੰ ਵੀ ਕੋਈ ਆਮਦਨੀ ਨਹੀਂ ਆ ਰਹੀ। ਲੇਕਿਨ ਸਵਾਲ ਇਸ ਵੇਲੇ ਇਹ ਹੈ, ਜਿਹੜੀ ਸਾਡੇ ਪ੍ਰਧਾਨ ਮੰਤਰੀ ਜੀ ਗੱਲ ਕਹਿੰਦੇ ਆ ਕਿ ਇਸ ਵੇਲੇ ਅਰਥ ਵਿਵਸਥਾ ਜ਼ਿਆਦਾ ਜ਼ਰੂਰੀ ਹੈ ਕਿ ਲੋਕਾਂ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਤੁਸੀਂ ਇਹ ਦੱਸੋ, ਤੁਸੀਂ ਇਹਨਾਂ ਹਾਲਾਤਾਂ 'ਚ ਅਗਰ ਸ਼ਰਾਬ ਦੇ ਠੇਕੇ ਖੋਲ੍ਹ ਦਿਓ, ਉੱਥੇ ਕਿਸ ਪ੍ਰਕਾਰ ਨਾਲ ਭੀੜ ਲੱਗੇਗੀ? ਔਰ ਕਿਹੜੇ ਲੋਕ ਜਿਹੜੇ ਲੋਕਾਂ ਕੋਲ ਅੱਜ ਖਾਣ ਲਈ ਸੱਚਮੁੱਚ ਅਨਾਜ ਨਹੀਂ ਹੈ, ਉਹ ਆਪਣੇ ਪਰਿਵਾਰਾਂ ਦਾ ਗਲਾ ਕੱਟ ਕੇ ਵੀ ਸ਼ਰਾਬ ਲੈਣ ਚਲੇ ਜਾਣਗੇ। ਔਰ ਉਹ ਪੀਣ ਤੋਂ ਬਾਅਦ ਲੋਕਡਾਊਨ ਦੀ ਸਥਿਤੀ 'ਚ ਕਰਫਿਊ ਦੀ ਕਿਸ ਤਰ੍ਹਾਂ ਦੀ ਹਿੰਸਾ ਹੋਏਗੀ ਪਰਿਵਾਰਾਂ 'ਚ, ਕਿਸ ਤਰ੍ਹਾਂ ਦੀ ਹਿੰਸਾ ਹੋਏਗੀ ਮਹਿਲਾਵਾਂ ਦੇ ਨਾਲ, ਔਰ ਕਿਸ ਤਰ੍ਹਾਂ ਕਰੋਨਾ ਮਹਾਮਾਰੀ ਫੈਲੇਗੀ। ਕਿਆ ਸਾਨੂੰ ਉਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ? ਅਰਥ ਵਿਵਸਥਾ ਤਾਂ ਥੋੜੀ ਦੇਰ ਹੋਰ ਠੀਕ ਹੋ ਜਾਏਗੀ। ਉਹ ਤੁਹਾਨੂੰ ਇੱਕ ਹੋਰ ਦੱਸ ਦਿਆਂ, ਇਹ ਰਾਜਪੁਰੇ ਵਾਲਾ ਜਿਹੜਾ ਕੇਸ ਆਇਆ ਹੈ, ਜਿਹੜਾ ਰਾਜਪੁਰਾ ਹੌਟਸ ਗਿਆ CM ਸਾਹਿਬ ਦਾ ਗ੍ਰਹਿ ਜ਼ਿਲ੍ਹਾ, ਇਹ ਆਟਕਾ ਪਾਰਟੀ ਕਰਕੇ ਬਣ ਗਿਆ। ਤੇ ਤੁਸੀਂ ਕੀ ਚਾਹੁੰਦੇ ਹੋ ਕਿ ਪੰਜਾਬ 'ਚ ਠੇਕੇ ਖੋਲ੍ਹਣ ਦੀ ਪਰਮਿਸ਼ਨ ਦੇ ਕੇ ਪੂਰੇ ਪੰਜਾਬ ਨੂੰ ਕਰੋਨਾ ਦਾ ਹੌਟਸਪੌਟ ਬਣਾ ਦੇਣਾ ਚਾਹੁੰਦੇ ਆ? ਸੋ ਸਾਨੂੰ ਥੋੜਾ ਜਿਹਾ ਸੈਂਸੀਬਲ ਹੋ ਕੇ ਸੋਚਣ ਦੀ ਲੋੜ ਹੈ ਇਸ ਵੇਲੇ ਸੰਕਟ ਦੀ ਘੜੀ 'ਚ। ਸਾਨੂੰ ਥੋੜਾ ਜਿਹਾ ਸੈਂਸੀਬਲ ਹੋ ਕੇ ਸੋਚਣਾ ਤੁਸੀਂ ਗੱਲ ਕਰ ਰਹੇ ਹੋ। ਔਰ ਮੈਂ ਫਿਰ ਇੱਕ ਗੱਲ ਤੇ ਆ ਰਿਹਾ, ਕਿਸਾਨਾਂ ਦੀ ਫਸਲ ਚੁੱਕਣ 'ਚ ਤਾਂ ਕੋਈ ਕੇਂਦਰ ਇਨਵੋਲਵ ਨਹੀਂ ਸੀ। ਪੰਜਾਬ 'ਚ ਕਿਸਾਨ ਦੀ ਫਸਲ ਕਿਉਂ ਰੁਲ ਰਹੀ ਹੈ? ਇਹਦਾ ਜਵਾਬ ਕਿਉਂ ਨਹੀਂ ਦਿੰਦੇ? ਕੇਂਦਰ ਨੇ ਜੋ ਕਰਨਾ ਸੀ ਫਸਲ ਚੁੱਕਣ ਲਈ ਸਭ ਕੁਝ ਕੀਤਾ, ਬਾਰਦਾਨਾ ਦਿੱਤਾ, ਇੱਕ ਮੰਡੀ ਐਕਟ ਸੰਸ਼ੋਧਨ ਕਰਨ ਦੀ ਛੂਟ ਦਿੱਤੀ, ਉਹਦੇ ਬਾਵਜੂਦ ਪੰਜਾਬ 'ਚ ਕਿਸਾਨ ਦੀ ਫਸਲ ਕਿਉਂ ਰੁਲ ਰਹੀ ਹੈ? ਇਹਦਾ ਜਵਾਬ ਕਿਉਂ ਨਹੀਂ ਦੇ ਰਹੇ ਹਨ? ਓਕੇ ਸ਼ਰਮਾ ਜੀ, ਆਪਾਂ ਜਵਾਬ ਲੈਣੇ ਆ, ਪਲੀਜ਼ ਥੋੜੀ ਦੇਰ ਵੇਟ ਕਰਿਓ ਤੁਸੀਂ, ਆਪਾਂ ਪਹਿਲ ਮਿਡਾਈ ਤੋਂ ਜਵਾਬ ਲਈਏ।
ਰਿੰਪਲ ਮਿੱਡਾ ਜੀ, ਤੁਸੀਂ ਸਵਾਲ ਸੁਣਿਆ, ਉਹਨਾਂ ਨੇ ਫਸਲ ਚੁੱਕਣ ਦੀ ਗੱਲ ਕੀਤੀ ਹੈ, ਸ਼ਰਾਬ ਦੇ ਠੇਕਿਆਂ ਦੀ ਉਹਨਾਂ ਨੇ ਜ਼ਰੂਰ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਕਰੋਨਾ ਮਹਾਮਾਰੀ ਲਈ ਆਪਣੇ ਤੌਰ ਤੇ ਇਸ ਮਹਾਮਾਰੀ ਦੇ ਟਾਕਰੇ ਲਈ ਕੀ ਕਰ ਰਹੀ ਹੈ। ਰਿੰਪਲ ਮਿੱਡਾ ਜੀ, ਇੰਨੀਆਂ ਵਧੀਆ ਰਿਪੋਰਟਸ ਆ ਰਹੀਆਂ ਕਿ ਫਸਲ ਜਿਹੜੀ ਹੈ ਬਹੁਤ ਤਰੀਕੇ ਨਾਲ, ਬੜੇ ਨਿਯਮਾਂ ਦੇ ਨਾਲ, ਬਿਲਕੁਲ ਵਧੀਆ ਤਰੀਕੇ ਨਾਲ ਜਿਹੜੀ ਆ ਉਹਦੀ ਲਿਫਟਿੰਗ ਹੋ ਰਹੀ ਹੈ। ਦੂਸਰੀ ਗੱਲ, ਇਹਨਾਂ ਨੇ ਵਾਰ-ਵਾਰ ਇੱਕੋ ਗੱਲ ਕੀਤਾ ਹੈ ਕਿ ਸ਼ਰਾਬ ਦੀ ਗੱਲ। ਦੇਖੋ, ਇਹ ਗੱਲ ਬਿਲਕੁਲ ਠੀਕ ਹੈ ਕਿ ਕਿਸੇ ਆਪਣਾ ਜਿਹੜਾ ਪੰਜਾਬ ਦਾ ਸੂਬਾ ਹੈ ਇਹ ਇੱਕੋ ਤਰੀਕੇ ਦਾ ਨਹੀਂ ਹੈ। ਇਹਨਾਂ 'ਚ ਵਰਗ ਨੇ ਔਰ ਕੁਛ ਇਹ ਵਰਗ ਵੀ ਨੇ ਜਿਹੜੇ ਸਰਦੇ ਪੁੱਜਦੇ ਨੇ ਔਰ ਜਿਹੜੇ ਕਰ ਸਕਦੇ ਸਨ। ਤਾਂ ਉਹ ਜੇਕਰ ਇੱਕ, ਕਿਉਂਕਿ ਇੱਕੋ ਇੱਕ ਸਰੋਤ ਹੈ ਐਕਸਾਈਜ਼ ਦਾ ਸਰੋਤ, ਔਰ ਉਹ ਐਕਸਾਈਜ਼ ਦੇ ਵਿੱਚ ਜੇਕਰ ਸੇਲ ਖੋਲਣ ਦੀ ਪ੍ਰਪੋਜ਼ਲ ਸੀ ਜਿਹੜੀ ਕੇਂਦਰ ਦੇ ਸਾਹਮਣੇ ਰੱਖੀ, ਉਹਨੇ ਜੇਕਰ ਲਿਆ ਤਾਂ ਅਸੀਂ ਖੜੇ ਮੱਥੇ ਕਬੂਲ ਕਰਦੇ ਹਾਂ, ਅਸੀਂ ਉਸ ਤੇ ਕੋਈ ਗੱਲ ਨਹੀਂ ਕਰਦੇ। ਪਰ ਉਸ ਤੋਂ ਹੁਣ ਆਪਾਂ ਅੱਗੇ ਚੱਲੀਏ ਤਾਂ ਮੈਂ ਕਿਹਾ ਕਿ ਜੇਕਰ ਇਹ ਸੂਬੇ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਤਾਂ ਇਹ ਸਾਡਾ 4400 ਕਰੋੜ ਦਾ ਏਰੀਆ ਜਿਹੜਾ ਉਹਨੂੰ ਤੁਰੰਤ ਰਿਲੀਜ਼ ਕਰਨ। ਜੇ ਸੂਬੇ ਲਈ ਕੁਝ ਕਰਦਾ ਚਾਹੁੰਦੇ ਨੇ ਤਾਂ ਕਿਸਾਨ ਜਿਹੜਾ ਇੰਨੀ ਮਿਹਨਤ ਨਾਲ ਉਹਨੇ ਇਹੋ ਜਿਹੀ ਮਹਾਮਾਰੀ ਦੇ ਦੌਰ ਦੇ ਵਿੱਚ ਫਸਲ ਪਾਲੀ ਵੀ ਔਰ ਇੰਨੀਆਂ ਝੱਖੜ ਹਨੇਰੀਆਂ ਦੇ ਵਿੱਚ ਸੰਭਾਲੀ ਵੀ ਹੈ, ਔਰ ਉਸ ਦੇ ਲਈ ਇੱਕ ਕੋਈ ਵਿਸ਼ੇਸ਼ ਜਿਹੜਾ ਉਹ ਕਣਕ ਦੇ ਉੱਤੇ ਕੋਈ ਬੋਨਸ ਦਾ ਐਲਾਨ ਕਰ ਦੇਣ ਜਿਸ ਨਾਲ ਕਿਸਾਨ ਨੂੰ ਰਾਹਤ ਮਿਲੇਗੀ। ਜੇ ਇਹ ਕੁਝ ਕਰਨਾ ਚਾਹੁੰਦੇ ਨੇ ਤਾਂ ਸਾਡੇ ਸੀਸੀ ਦਾ ਜਿਹੜਾ ਡਿਸਪਿਊਟ ਚੱਲਦਾ ਉਸ ਨੂੰ ਹੱਲ ਕਰ। ਜੇ ਕੁਝ ਕਰਨਾ ਚਾਹੁੰਦੇ ਨੇ ਤਾਂ ਘੱਟੋ ਘੱਟ ਜੇ 952 ਕਰੋੜ ਹਿਮਾਚਲ ਨੂੰ ਦਿੱਤਾ ਤਾਂ ਸਾਨੂੰ 638 ਕਰੋੜ ਕਿਉਂ? ਔਰ ਇਹ ਗੱਲਾਂ ਨੇ, ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ। ਉਹ ਜਿਹੜੀਆਂ ਛੋਟੀਆਂ ਸਕੀਮਾਂ ਦਾ ਜ਼ਿਕਰ ਕਰਕੇ ਔਰ ਸਾਨੂੰ ਜੇ ਭੰਡਣਾ ਹੀ ਚਾਹੁੰਦੇ ਨੇ, ਅਸੀਂ ਤਾਂ ਪਹਿਲਾਂ ਹੀ ਆਰਥਿਕ ਮਜਬੂਰੀ ਦੇ ਵਿੱਚ ਹਾਂ, ਇਸ ਚ ਮੰਨਦੇ ਹਾਂ, ਔਰ ਸਾਡਾ ਜਿਹੜਾ ਖਜ਼ਾਨਾ ਜਿਹੜਾ ਹੈ ਉਸ ਦੀ ਦੁਰਦਸ਼ਾ ਹੁਣ ਪੂਰੇ ਭਾਰਤ ਦੇ ਕਿਸੇ ਵੀ ਗਲੀ ਕੋਨੇ ਚ ਲੁਕੀ ਤਾਂ ਹੈ ਹੀ ਨਹੀਂ ਹੈ। ਅਸੀਂ ਕੋਈ ਡੀਂਗ ਤਾਂ ਮਾਰ ਨਹੀਂ ਰਹੇ ਹਾਂ ਕਿ ਅਸੀਂ ਕਿਤੇ ਬਹੁਤ ਜ਼ਿਆਦਾ ਜਿਹੜੇ ਅਸੀਂ ਮਜ਼ਬੂਤ ਹਾਂ। ਕੈਪਟਨ ਅਮਰਿੰਦਰ ਸਿੰਘ ਬਹੁਤ ਸੁਹਿਰ ਤਰੀਕੇ ਦੇ ਨਾਲ ਜਿੰਨਾ ਉਹ ਮੈਨੇਜਮੈਂਟ ਵਧੀਆ ਕਰ ਸਕਦੇ ਹਨ, ਜਿੰਨੀਆਂ ਚਾਹੇ ਕਿਸਾਨੀ ਨਾਲ ਸੰਬੰਧਿਤ ਹੋਣ, ਚਾਹੇ ਹੈਲਥ ਨਾਲ ਸੰਬੰਧਿਤ ਹੋਣ, ਚਾਹੇ ਅਨਾਜ ਨਾਲ ਸੰਬੰਧਿਤ ਹੋਣ। ਰਿੰਪਲ ਮਿੱਡਾ ਜੀ, ਸਭ ਦੀ ਰਿੰਪਲ ਮਿੱਡਾ ਜੀ, ਆਈ ਐਮ ਸੌਰੀ ਕਿ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ ਹਾਂ। ਰਿੰਪਲ ਮਿੱਡਾ ਜੀ, ਇੱਕ ਜਿਹੜਾ ਸਵਾਲ ਜਿਹੜਾਗਾ ਸ਼ਰਮਾ ਜੀ ਨੇ ਵਾਰ-ਵਾਰ ਉਠਾਇਆ, ਉਹ ਕਹਿੰਦੇ ਜੇ ਆਪਾਂ ਰਾਜਪੁਰੇ ਦੀ ਗੱਲ ਕਰਦੇ ਹਾਂ, ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਰਾਜਪੁਰੇ 'ਚ ਕੀ ਹਾਲਾਤ ਹੋਏ ਹੈ। ਇਹ ਕਹਿੰਦੇ ਹੈ ਕਿ ਮਹਾਮਾਰੀ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਇਸ ਵੇਲੇ ਬਹੁਤ ਵੱਡੇ ਸੰਕਟ 'ਚ ਹੈ, ਉੱਥੇ ਵੀ ਧਿਆਨ ਨਹੀਂ ਦਿੱਤਾ ਗਿਆ। ਕੀ ਜਵਾਬ ਦੇਵੋਗੇ? ਦੇਖੋ, ਇਹ ਜਿਹੜੀ ਗੱਲ ਹੈ ਇਹ ਬਹੁਤ ਅਨਫੋਰਚੂਨੇਟ ਇਹ ਘਟਨਾਵਾਂ ਨੇ। ਇਸ ਨੂੰ ਸਾਨੂੰ ਤੌਰ ਦੇ ਉੱਤੇ ਜਿਹੜੇ ਸਾਡੇ ਲੋਕ ਨੇ ਉਹਨਾਂ ਦੀ ਬਿਰਤੀ ਜਿਹੜੀ ਹੈ ਉਸ ਨੂੰ ਉਜਾਗਰ ਕਰਦੀਆਂ ਘਟਨਾਵਾਂ ਨੇ। ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਵਾਸਤੇ ਸਾਡੇ ਕੋਲ ਕੀ ਹੈ? ਇੱਕ ਪੁਲਿਸ ਫੋਰਸ ਹੀ ਹੈ ਜਿਹੜੀ ਹੈ, ਉਹਦੀ ਜਿਹੜੀ ਗਿਣਤੀ ਹੈ ਆਪਾਂ ਸਾਰੇ ਜਾਣਦੇ ਹਾਂ, ਔਰ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਵੀ ਤੁਹਾਨੂੰ ਪਤਾ ਹੈ 3 ਕਰੋੜ ਨੂੰ ਟੱਚ ਕਰ ਰਹੀ ਹੈ। ਔਰ ਇਸ ਲਈ ਉਹ ਪੁਲਿਸ ਕੱਲੀ ਹਰ ਜਿਹੜੀ ਹੈ ਪਿੰਡ ਨੂੰ ਸੰਭਾਲੇ ਔਰ ਹਰ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕੇ। ਮੈਂ ਸੁਭਾਸ਼ ਜੀ ਤੋਂ ਜਵਾਬ, ਸੁਭਾਸ਼ ਜੀ, ਜਦੋਂ ਆਪਾਂ ਰਾਜਪੁਰਾ ਦੀ ਗੱਲ ਕਰਦੇ ਹਾਂ, ਮੈਂ ਉਹਦੇ ਨਾਲ ਗੱਲ ਜੋੜ ਕੇ ਕਹਿਣਾ ਚਾਹਾਂਗਾ ਜਿਹੜਾ ਗੁਜਰਾਤ ਹੈ ਉਹ ਪ੍ਰਧਾਨ ਮੰਤਰੀ ਦੀ ਆਪਣੀ ਸਟੇਟ ਹੈ, ਅਹਿਮਦਾਬਾਦ ਅਨਫੋਰਚੂਨੇਟ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ ਜਿਹੜੀ ਮੈਂ ਕਹਿ ਰਿਹਾ ਹਾਂ। ਅਹਿਮਦਾਬਾਦ ਇਸ ਵੇਲੇ ਜਿਹੜੀਆਂ ਕੋਈ ਜਿਹੜੇ ਗਿਣੇ ਚੁਣੇ ਜਿਹੜੇ ਹੈਗੇ ਸਿਟੀ ਹੈਗੇ ਬਦਕਿਸਮਤ ਜਿੱਥੇ ਕਰੋਨਾ ਮਹਾਮਾਰੀ ਸਭ ਤੋਂ ਵੱਧ ਮਾਰ ਕਰ ਰਹੀ ਹੈ, ਅਹਿਮਦਾਬਾਦ ਉਹਨਾਂ 'ਚੋਂ ਇੱਕ ਹੈ ਜਿੱਥੇ ਲੰਮਾ ਸਮਾਂ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਦੇ ਤੌਰ ਤੇ ਰਾਜ ਕੀਤਾ ਹੈ, ਬੀਜੇਪੀ ਦੀ ਸਟੇਟ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ ਕਿ ਕੈਪਟਨ ਅਮਰਿੰਦਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਪਾਰਟੀਆਂ ਜਾਂ ਸਰਕਾਰਾਂ ਨਾਲ ਜੋੜ ਕੇ ਕਿਵੇਂ ਦੇਖ ਰਹੇ ਹੋ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਕਿਤੇ ਬਿਮਾਰੀ ਫੈਲ ਗਈ ਤੇ ਕੋਈ ਜ਼ਿੰਮੇਦਾਰ ਹੈ। ਉਹ ਕਿਤੇ ਵੀ ਫੈਲ ਸਕਦੀ ਹੈ, ਉਹਦੇ 'ਚ ਕੋਈ ਸੀਐਮ ਦੇ ਜ਼ਿਲ੍ਹੇ 'ਚ ਨਹੀਂ ਫੈਲੇਗੀ ਜਾਂ ਪੀਐਮ ਦੇ ਜ਼ਿਲ੍ਹੇ 'ਚ ਨਹੀਂ ਫੈਲੇਗੀ, ਉਹ ਗੱਲ ਨਹੀਂ ਹੈ। ਮੈਂ ਜਿਸ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਕਿ ਉਹ ਫੈਲੀ ਕਿਉਂ ਹੈ, ਉਹਦੇ ਪਿੱਛੇ ਜੋ ਕਾਰਨ ਹੈ। ਦੇਖੋ, ਰਾਜਪੁਰੇ 'ਚ ਜੋ ਕਾਰਨ ਸਾਹਮਣੇ ਆ ਰਿਹਾ, ਮੈਂ ਤਾਂ ਜਾਣਦਾ ਨਹੀਂ, ਤੁਹਾਡੀ ਮੀਡੀਆ ਦੀਆਂ ਰਿਪੋਰਟਾਂ ਨੇ, ਅਖਬਾਰਾਂ ਜੋ ਸਟੋਰੀਜ਼ ਛਪ ਰਹੀਆਂ ਨੇ, ਮੈਂ ਉਹਨਾਂ ਵੱਲ ਧਿਆਨ ਦਿਲਾਣਾ ਹੈ ਸਿਰਫ ਇਸ ਕਰਕੇ। ਉਹ ਧਿਆਨ ਕੀ ਹੈ ਕਿ ਉਹ ਸਟੋਰੀਜ਼ ਇਹ ਛਪ ਰਹੀਆਂ, ਮੀਡੀਆ 'ਚ ਖਬਰਾਂ ਆ ਰਹੀਆਂ ਕਿ ਰਾਜਨੀਤਿਕ ਸ਼ਹਿ ਪ੍ਰਾਪਤ ਲੋਕ ਸੀਗੇ, ਜਿਹੜੇ ਅਸਮਾਜਿਕ ਤੱਤਵ ਸੀਗੇ, ਜਿਨ੍ਹਾਂ ਦਾ ਕਾਰੋਬਾਰ ਕੋਈ ਚੰਗਾ ਕਾਰੋਬਾਰ ਨਹੀਂ ਸੀਗਾ, ਉਹਨਾਂ ਨੂੰ ਪਾਸ ਵੰਡੇ ਗਏ, ਉਹਦਾ ਫਾਇਦਾ ਉਠਾ ਕੇ ਉਹਨਾਂ ਨੇ ਕੀਤੀ, ਉਹਨਾਂ ਨੇ ਸ਼ਰਾਬ ਪਾਰਟੀ ਕੀਤੀ ਔਰ ਉਹਦੇ ਨਤੀਜੇ ਵਜੋਂ ਉੱਥੋਂ ਬਿਮਾਰੀ ਫੈਲੀ।
ਮੈਂ ਉਸ ਕਾਰਨ ਤੇ ਆਣਾ ਪਿਆ, ਬਿਮਾਰੀ ਕਿਉਂ ਫੈਲੀ ਉਹਦਾ ਕੋਈ ਗੱਲ ਕਿਤੇ ਵੀ ਫੈਲ ਸਕਦੀ ਹੈ, ਕੋਈ ਰੋਕ ਹੀ ਨਹੀਂ ਹੈਗੀ ਉੱਤੇ। ਲੇਕਿਨ ਇਹ ਜਿਹੜੇ ਕਾਰਨ ਨੇ ਇਹਦੇ ਬਾਰੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਔਰ ਖਾਸ ਕਰਕੇ ਜਿਹੜੇ ਰੂਲਿੰਗ ਪਾਰਟੀ ਦੇ ਲੋਕ ਨੇ ਪੰਜਾਬ 'ਚ, ਬਹੁਤ ਜਗ੍ਹਾ ਤੋਂ ਗੱਲ ਆ ਰਹੀ ਹੈ। ਦੇਖੋ ਪਟਿਆਲੇ ਦੇ ਅੰਦਰ ਸੀਨੀਅਰ ਡਿਪਟੀ ਮੇਅਰ ਨੂੰ ਕਿਹਾ ਕਿ ਤੁਸੀਂ ਕੁਆਰੰਟਾਈਨ ਤੇ ਜਾਣਾ ਹੈ। ਹੁਣ ਜਦੋਂ ਸੀਨੀਅਰ ਡਿਪਟੀ ਮੇਅਰ ਵਰਗਾ ਆਦਮੀ ਕੁਆਰੰਟਾਈਨ ਛੱਡ ਕੇ ਬਾਹਰ ਘੁੰਮੇਗਾ ਤੇ ਜਨਤਾ 'ਚ ਕੀ ਮੈਸੇਜ ਜਾਏਗਾ? ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਜੀ ਨੇ, ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮਾਸਕ ਪਾ ਕੇ ਜਾਣਾ ਹੈ, ਉਹ ਬਿਨਾਂ ਮਾਸਕ ਦੇ ਲਗਾਤਾਰ ਪੰਜਾਬ 'ਚ ਘੁੰਮਦੇ, ਅੰਮ੍ਰਿਤਸਰ 'ਚ ਘੁੰਮਦੇ ਰਹੇ। ਫਿਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਥੋੜਾ ਜ਼ਿਆਦਾ ਸਖਤੀ ਨਾਲ ਕਿਹਾ, ਕੱਲ ਮਾਸਕ ਪਾ ਕੇ ਨਿਕਲੇ, ਸਰ ਆਪਣੇ ਕੋਲੇ ਬਹੁਤ ਧੱਜੀਆਂ ਉਡਾਈਆਂ ਨੇ ਸੋਸ਼ਲ ਡਿਸਟੈਂਸ ਦੀਆਂ। ਮੈਂ ਇਸ ਲਈ ਗੱਲ ਕਹਿ ਰਿਹਾ ਕਿ ਜਦੋਂ ਬਿਲਕੁਲ ਸਹੀ ਹੈ, ਨੇਤਾਗਣ ਇਸ ਪ੍ਰਕਾਰ ਦਾ ਵਿਵਹਾਰ ਕਰਦੇ ਨੇ ਤੇ ਜਨਤਾ 'ਚ ਖਰਾਬ ਮੈਸੇਜ ਜਾਂਦਾ ਹੈ। ਸਾਡਾ ਕੁਐਸਚਨ ਉਸ ਕਾਰਨ ਜੀ ਜੀ ਸ਼ਰਮਾ ਸਾਹਿਬ ਧਿਆਨ ਦੇਣ ਦੀ ਲੋੜ ਹੈ। ਸ਼ਰਮਾ ਜੀ ਬਿਲਕੁਲ ਸਹੀ, ਮੇਰੇ ਕੋਲ ਸਮਾਂ ਨਹੀਂ, ਮੈਂ ਜਵਾਬ ਜ਼ਰੂਰ ਲੈਣਾ ਚਾਹਾਂਗਾ। ਬਿਲਕੁਲ ਜਿਹੜਾ ਹੈਗਾ, ਜਦੋਂ ਆਪਾਂ ਲਾਕਡਾਊਨ ਦੀ ਗੱਲ ਕਰਦੇ ਹਾਂ, ਇੱਕ ਦੂਜੇ ਤੋਂ ਦੂਰੀ, ਉਹ ਸਭ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਇਸੇ ਚੀਜ਼ ਸਭ ਦਾ ਬਚਾਅ ਹੈ। ਪਰ ਜੇ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਹੈਗਾ ਉਹ ਚਲਿਆ ਗਿਆ ਸ਼ਿਮਲਾ ਦੇ ਵਿੱਚ, ਤੇ ਉਹ ਕਹਿੰਦਾ ਕਿ ਮੈਂ ਪਾਰਲੀਮੈਂਟ ਮੈਂਬਰ ਹਾਂ, ਮੈਂ ਜਾ ਸਕਦਾ, ਮੈਨੂੰ ਕੌਣ ਰੋਕ ਸਕਦਾ ਜਾਣ ਤੋਂ। ਸੋ ਇਸ ਕਰਕੇ ਪਾਲਣਾ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਚਾਹੇ ਨਵਜੋਤ ਸਭ ਨੂੰ ਕਰਨੀ ਚਾਹੀਦੀ ਹੈ, ਬੀਜੇਪੀ ਦੇ ਐਮਪੀ ਹੈ, ਚਾਹੇ ਕੋਈ ਹੋਰ ਹੈ, ਸਭ ਤੇ ਲਾਗੂ ਹੁੰਦਾ ਹੈ। ਬਿਲਕੁਲ ਬਿਲਕੁਲ ਸਭ ਨੂੰ ਪਾਲਣਾ ਕਰਨੀ ਚਾਹੀਦੀ। ਜੀ ਉਹਨੇ ਗੱਲ ਮਿਹਰਬਾਨੀ, ਪਤਾ ਨਹੀਂ ਉਹਨੇ ਵੀ ਮਾੜੀ ਗੱਲ ਕਹੀ ਹੈ। ਓਕੇ, ਮੈਂ ਜਵਾਬ ਲੈਣਾ ਜਿਹੜਾ ਹੈਗਾ। ਰਿੰਪਲ ਮਿੱਡਾ, ਇਹਨਾਂ ਦਾ ਕਹਿਣਾ ਕਿ ਜਿੱਥੇ ਜ਼ਿੰਮੇਵਾਰੀ ਆ ਸਰਕਾਰ ਦੀ, ਉਹਨੂੰ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਖਾਸ ਤੌਰ ਤੇ ਪੋਲੀਟੀਕਲ ਐਲੀਗੇਸ਼ਨ ਲੱਗ ਰਹੇ ਆ ਰਾਜਪੁਰਾ ਨੂੰ ਲੈ ਕੇ ਕਿ ਜਿਸ ਤਰੀਕੇ ਦੇ ਨਾਲ ਉੱਥੇ ਸੱਟਾ ਚੱਲਦਾ ਹੈ, ਹੋਰ ਗੱਲਾਂ ਸਾਹਮਣੇ ਆ ਰਹੀਆਂ। ਇਹ ਗੱਲਾਂ ਵੀ ਅਕਸਰ ਸਮਾਜ ਦੇ ਵਿੱਚ ਸਰਕਾਰਾਂ ਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਜਵਾਬਦੇਹ ਹੋਣ ਦੇ ਲਈ। ਸੰਖੇਪ ਚ ਰਿੰਪਲ ਮਿੱਡਾ ਜੀ, ਕਿਉਂਕਿ ਸਰਕਾਰ ਦਾ ਮਾਮਲਾ, ਮੈਂ ਜ਼ਰੂਰ ਜਵਾਬ ਲੈਣਾ ਚਾਹਾਂਗਾ ਤੁਹਾਡੇ ਤੋਂ ਜੀ। ਦੇਖੋ, ਮੈਂ ਇਸ ਦਾ ਜ਼ਿਕਰ ਪਹਿਲਾਂ ਹੀ ਕੀਤਾ ਹੈ ਕਿ ਜਦੋਂ ਜਿਹੜੀਆਂ ਇਹ ਘਟਨਾਵਾਂ ਨੇ ਉਹ ਨਿੰਦਣਯੋਗ ਨੇ, ਚਾਹੇ ਉਹ ਗੁਜਰਾਤ 'ਚ ਹੋਵੇ, ਚਾਹੇ ਮਨੋਜ ਤਿਵਾੜੀ ਵੱਲੋਂ ਦਿੱਲੀ 'ਚ ਕੀਤੀ ਗਈ ਹੋਵੇ, ਚਾਹੇ ਕੋਈ ਵੀ ਹੋਵੇ, ਇਹ ਨਿੰਦਣਯੋਗ ਨੇ। ਪਰ ਅਸੀਂ ਇੱਕ ਝੋਲੀ ਅੱਡ ਕੇ ਇੱਕੋ ਬੇਨਤੀ ਕਰਦੇ ਹਾਂ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ਨੂੰ ਕਿ ਤੁਸੀਂ ਜਿਹੜੀ ਗੱਲ, ਜੇ ਤੁਸੀਂ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਤੇ ਬੋਨਸ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡਾ ਏਰੀਆ 4400 ਕਰੋੜ ਰਿਲੀਜ਼ ਕਰੋ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ 30,000 ਕਰੋੜ ਦਾ ਡਿਸਪੋ, ਅਸੀਂ ਤੁਹਾਡੇ ਬਹੁਤ ਦੀ ਹੋਵਾਂਗੇ। ਅਸੀਂ ਇਸ ਜਿਹੜੀ ਹੈ ਕਰੋਨਾ ਮਹਾਮਾਰੀ ਦੇ ਨਾਲ ਜਿਹੜੀ ਲੜਾਈ ਕੈਪਟਨ ਅਮਰਿੰਦਰ ਸਿੰਘ ਲੜ ਰਹੇ ਨੇ, ਔਰ ਉਹਨਾਂ ਦੇ ਉੱਤੇ ਸ਼ੱਕ ਕਰਨ ਦੀ ਜ਼ਰੂਰਤ ਨਹੀਂ ਹੈ, ਔਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਾਥ ਦੇਣ ਦੀ ਜ਼ਰੂਰਤ ਹੈ। ਅਸੀਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਹੁਤ ਆਭਾਰੀ ਹੋਵਾਂਗੇ। ਰਿੰਪਲ ਮਿੱਡਾ ਜੀ, ਸੁਭਾਸ਼ ਸ਼ਰਮਾ ਜੀ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਸਨ ਕਾਂਗਰਸ ਪਾਰਟੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਜਿਨ੍ਹਾਂ ਨੇ ਜਿਸ ਵੇਲੇ ਜਿਹੜਾ ਹੈਗਾ ਆਪਾਂ ਗੱਲ ਕਰਦੇ ਹਾਂ ਕੇਂਦਰ ਦੀ ਜਾਂ ਪੰਜਾਬ ਸਰਕਾਰ ਦੀ ਜਾਂ ਦੂਜੇ ਰਾਜਾਂ ਦੀ ਮਹਾਮਾਰੀ ਦੇ ਸੰਕਟ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ, ਕੌਣ ਕਿੰਨਾ ਜ਼ਿੰਮੇਵਾਰ ਹੈ, ਕੌਣ ਕਿੰਨਾ ਕਸੂਰਵਾਰ ਹੈ, ਇਹ ਚਰਚਾ ਆਉਣ ਵਾਲੇ ਦਿਨਾਂ 'ਚ ਵੀ ਹੁੰਦੀ ਰਹੇਗੀ। ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਇਹਨਾਂ ਦਾ ਦੁਬਾਰਾ ਧੰਨਵਾਦ ਕਰਦਾ ਔਰ ਤੁਹਾਡੇ ਸਾਰਿਆਂ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।